ਉਹਦਾ ਜਿਹੜਾ ਸਿਰ ਦਾ ਨੰਗ ਸੀ ਉਹ ਕਿਤੇ ਜ਼ਾਹਰ ਹੋ ਗਿਆ, ਲੇਕਿਨ ਜਿਹੜਾ ਉਹਦੇ ਜ਼ਬਾਨ ਦਾ ਨੰਗ ਸਾਹਮਣੇ ਆਇਆ ਮੈਨੂੰ ਉਹ ਤਕਲੀਫ ਦੇ ਰਿਹਾ। ਜੋ ਉਹਨੇ ਸ਼ਬਦ ਬੋਲੇ ਆਪਣੇ ਮੂੰਹ ਤੋਂ, ਜੋ ਮਾਂ ਭੈਣ ਦੀ ਉਹਨੇ ਗਾਲਾਂ ਕੱਢੀਆਂ ਉੱਥੇ। ਜੇ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਤਾਂ ਬੇਅਦਬੀ ਦਾ ਉਲਟ ਲਫ਼ਜ਼ ਕੀ ਹੈ? ਅਦਬ। ਅਦਬ ਤੁਹਾਡੇ ਕੋਲ ਹੈਗਾ? ਤੁਸੀਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰੋ, ਤੁਹਾਡੇ ਕੋਲ ਅਦਬ ਹੈਗਾ? ਜਿਸ ਗੁਰੂ ਦੇ ਸ਼ਬਦ ਦੀ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ, ਕਿ ਉਸ ਗੁਰੂ ਦਾ ਸ਼ਬਦ ਤੁਹਾਡੇ ਅੰਦਰ ਹੈਗਾ ਹੈ? ਲੋਕੀ ਇਦਾਂ ਕਿੱਦਾਂ ਸਮਝਣ ਕਿ ਯਾਰ ਇਹ ਨਿਹੰਗ ਨੇ, ਇਹ ਅਲੱਗ ਨੇ, ਇਹਨਾਂ ਦੀ ਜੀਵਨ ਜਾਂਚ ਅਲੱਗ ਨੇ, ਇਹ ਆਈਡਲ ਨੇ, ਕੋਈ ਆਦਰਸ਼ ਨੇ, ਕੋਈ ਇਹ ਮਜ਼ਲੂਮ ਦੇ ਹੱਕ 'ਚ ਖੜ ਜਾਂਦੇ ਨੇ, ਇਹ ਜ਼ਾਲਮ ਦੇ ਖਿਲਾਫ ਲੜਦੇ ਨੇ, ਇਹਨਾਂ ਕੋਲ ਸ਼ਬਦ ਗੁਰੂ ਦਾ ਸੱਚ ਹੈ, ਇਹਨਾਂ ਕੋਲ ਸ਼ਬਦ ਗੁਰੂ ਦੀ ਤਾਕਤ ਹੈ, ਇਹਨਾਂ ਕੋਲ ਇੱਕ ਤਹਿਜ਼ੀਬ ਹੈ, ਅਦਬ ਹੈ। ਇਸ ਕਰਕੇ ਇਹ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ, ਇਸ ਕਰਕੇ ਇਹ ਬੰਦਾ ਵੀ ਮਾਰ ਸਕਦੇ ਆ, ਕਿਉਂਕਿ ਇਹਨਾਂ ਨੂੰ ਬੇਅਦਬੀ ਬਰਦਾਸ਼ਤ ਨਹੀਂ। ਜਦੋਂ ਤੋਂ ਤੁਸੀਂ ਲੋਕਾਂ ਨੂੰ ਭੜਕਾਉਣਾ ਉਦੋਂ ਤੋਂ ਤੁਸੀਂ ਕਹਿ ਰਹੇ ਕਿ ਲੋਕਤੰਤਰ, ਵਾਟ ਇਜ਼ ਲੋਕਤੰਤਰ, ਵਾਟ ਇਜ਼ ਡੈਮੋਕ੍ਰੇਸੀ। ਅਸੀਂ ਨਹੀਂ ਬੰਦੇ, ਸਾਡੇ ਲਈ ਨਹੀਂ ਬਣੀ ਹੋਈ ਡੈਮੋਕ੍ਰੇਸੀ। ਸਾਡੇ ਕਾਨੂੰਨ, ਖਾਲਸੇ ਦੇ ਕਾਨੂੰਨ ਆਪਣੇ ਕਾਨੂੰਨ ਨੇ, ਹੈ ਨਾ। ਅਸੀਂ ਆਪਣੇ ਕਾਨੂੰਨਾਂ ਮੁਤਾਬਕ ਜਾਣਾ, ਅਸੀਂ ਕਿਸੇ ਤੋਂ ਕਿਉਂ ਇਜਾਜ਼ਤ ਲਈਏ ਕਿ ਅਸੀਂ ਇਸ ਰਾਹ ਜਾਈਏ, ਉਸ ਰਾਹ ਜਾਈਏ। ਉਦੋਂ ਤੋਂ ਤੁਸੀਂ ਇਹ ਗੱਲਾਂ ਕਰਦੇ ਹੋ। ਜੇ ਤੁਸੀਂ ਉਹ ਗੱਲਾਂ ਕਰਦੇ ਹੋ ਤੁਹਾਨੂੰ ਹੱਕ ਹੈ। ਮੈਂ ਕਹਿੰਦਾ ਲੋਕਤੰਤਰ ਬਕਵਾਸ ਲੋਕਤੰਤਰ ਹੈ, ਮੈਂ ਕਹਿੰਦਾ ਕੋਈ ਡੈਮੋਕ੍ਰੇਸੀ ਨਹੀਂ ਹੈ, ਇਹ ਫਾਰ ਦਾ ਪੀਪਲ ਆਫ ਦਾ ਪੀਪਲ ਨਹੀਂ ਹੈ, ਇਹ ਐਂਟੀ ਪੀਪਲ ਡੈਮੋਕ੍ਰੇਸੀ ਹੈ। ਪਰ ਮੈਨੂੰ ਖੜਨਾ ਪਊ ਨਾ ਉਹਦੇ ਤੋਂ। ਫਿਰ ਜਦੋਂ ਭਗਤ ਸਿੰਘ ਇਹ ਗੱਲ ਕਹਿੰਦਾ ਹੈ ਕਿ ਜੋ ਹੁਕੂਮਤ ਕਰ ਰਹੀ ਹੈ ਗਲਤ ਕਰ ਰਹੀ ਹੈ, ਇਸ ਹੁਕੂਮਤ ਦਾ ਤਖਤਾ ਪਲਟਾਉਣ ਦੀ ਲੋੜ ਹੈ, ਇਹਦੇ ਖਿਲਾਫ ਲੜਨ ਦੀ ਲੋੜ ਹੈ, ਤੇ ਜਦੋਂ ਗ੍ਰਿਫਤਾਰ ਹੋ ਜਾਂਦਾ ਤਾਂ ਉਹਦੀ ਸਟੇਟਮੈਂਟ ਬਦਲਦੀ ਨਹੀਂ ਹੈ। ਉਹ ਜ਼ਮਾਨਤ ਦੀ ਅਰਜ਼ੀ ਨਹੀਂ ਦਿੰਦਾ, ਉਹ ਜ਼ਮਾਨਤ ਦੀ ਅਰਜ਼ੀ ਨਹੀਂ ਦਿੰਦਾ। ਮੇਰੇ ਜਿਹੜੇ 11 ਪਲੇਅਰ ਨੇ ਕਿ ਉਹ 11 ਦੇ 11 ਆਪੋਨੈਂਟ ਦੇ ਖਿਲਾਫ ਗੋਲ ਕਰਨ ਲਈ ਖੇਡ ਰਹੇ, ਜਾਂ ਮੇਰੇ ਅੰਦਰ ਵੀ 2-3 ਪਲੇਅਰ ਇਹੋ ਜਿਹੇ ਹੈਗੇ ਕਿ ਜਿਹੜੇ ਗੋਲ ਇੱਧਰ ਹੀ ਕਰਵਾਉਣਾ ਚਾਹੁੰਦੇ। ਤੁਸੀਂ ਇਹ ਦੇਖ ਲਓ ਕਿ ਜਦੋਂ 2015 'ਚ ਬੇਅਦਬੀ ਦੀ ਘਟਨਾਵਾਂ ਹੁੰਦੀਆਂ ਉਦੋਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ, ਔਰ ਸਿਖਰ ਤੇ ਸੀ ਉਦੋਂ ਵੀ ਇੱਕ ਪੀਕ ਆਈ ਹੋਈ ਸੀ। ਇਤਿਹਾਸ ਵੀ ਆਉਂਦਾ ਪੋਲਰਾਈਜੇਸ਼ਨ ਕਰਨ ਦਾ ਹਿੰਦੁਸਤਾਨ 'ਚ। ਜਿਵੇਂ ਹੁਣ ਲਖੀਮਪੁਰ ਖੀਰੀ ਦੀ ਘਟਨਾ, ਉੱਥੇ ਤੇ ਵੀ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਦੱਸਿਆ ਸੀ ਵੀ ਇੱਥੇ ਹਿੰਦੂ ਵਰਸਸ ਸਿੱਖ ਪੋਲਰਾਈਜੇਸ਼ਨ ਹੋ ਰਹੀ ਹੈ। ਦਾ ਮਿਰਰ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਕਰਮ ਸੇਖਾ। ਦੋਸਤੋ, ਪਿਛਲੇ 10.5 ਮਹੀਨਿਆਂ ਤੋਂ ਸਿੰਘੂ ਬਾਰਡਰ, ਟਿੱਕਰੀ ਬਾਰਡਰ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ। ਹਿੰਦੁਸਤਾਨ ਦੇ ਇਤਿਹਾਸ 'ਚ ਕਾਫੀ ਲੰਮੇ ਅਰਸੇ ਬਾਅਦ ਇੱਕ ਐਡਾ ਵੱਡਾ ਜਿਹੜਾ ਅੰਦੋਲਨ ਸ਼ੁਰੂ ਹੋਇਆ, ਜਿਹੜਾ ਕਿ ਸ਼ਾਂਤੀਪੂਰਵਕ ਤੇ ਪੂਰਾ ਫੁੱਲੀ ਡੈਮੋਕ੍ਰੈਟਿਕ ਜਿਹੜਾ ਅੰਦੋਲਨ ਆ। ਔਰ ਇਹ ਇਹੋ ਜਿਹਾ ਇੱਕ ਲੌਤਾ ਜਿਹੜਾ ਅੰਦੋਲਨ ਆ ਜਿਨ੍ਹਾਂ ਨੇ ਕਿਹਾ ਜਾਂਦਾ ਕਿ ਫਾਸੀਵਾਦ ਦਾ ਜਿਹੜਾ ਰੱਥ ਸੀ, ਜੋ ਬੀਜੇਪੀ ਸਰਕਾਰ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਸੀ, ਉਸ ਰੱਥ ਦੇ ਪਹੀਏ ਨੂੰ ਹੱਥ ਪਾ ਕੇ ਰੋਕਿਆ ਆ। ਉਸ ਸੰਘਰਸ਼ ਦੇ ਵਿੱਚ ਪਿਛਲੇ 10.5 ਮਹੀਨਿਆਂ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ। ਕਿਸਾਨਾਂ ਦਾ ਸੰਘਰਸ਼ ਨਾ ਹੋ ਕੇ ਸੰਘਰਸ਼ ਇੱਕ ਆਮ ਲੋਕਾਈ ਦਾ ਸੰਘਰਸ਼ ਬਣਿਆ, ਕਿਉਂਕਿ ਇਸ ਸੰਘਰਸ਼ ਦੇ ਵਿੱਚ ਆਪਾਂ ਦੇਖਿਆ ਕਿ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ ਵੀ ਹਿੱਕ ਡਾਹ ਕੇ ਨਾਲ ਖੜ੍ਹੇ। ਮਜ਼ਦੂਰਾਂ ਦੇ ਨਾਲ ਨਾਲ ਕਲਾਕਾਰ ਸੀ, ਉਹ ਵੀ ਨਾਲ ਖੜ੍ਹੇ। ਔਰ ਐਡੇ ਵੱਡੇ ਸੰਘਰਸ਼ ਦੇ ਵਿੱਚ ਸਮੱਸਿਆਵਾਂ ਆਉਣਾ ਸੁਭਾਵਿਕ ਹੈ। ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਨੇ ਅਤੇ ਇਹਨਾਂ ਸਮੱਸਿਆਵਾਂ ਬਾਰੇ ਆਪਾਂ ਗੱਲ ਕਰਾਂਗੇ, ਇਸ ਮੂਵਮੈਂਟ ਬਾਰੇ ਗੱਲ ਕਰਾਂਗੇ। ਸਾਡੇ ਨਾਲ ਨੇ ਡਾਕਟਰ ਸਾਹਿਬ ਸਿੰਘ, ਜਿਹੜੇ ਕਿ ਪਹਿਲੇ ਦਿਨ ਤੋਂ ਇਸ ਸੰਘਰਸ਼ ਦੇ ਨਾਲ ਇੱਕ ਕਲਾਕਾਰ ਦੇ ਤੌਰ 'ਤੇ ਵੀ ਅਤੇ ਇੱਕ ਜੁਝਾਰੂ ਵਰਕਰ ਦੇ ਤੌਰ 'ਤੇ ਵੀ ਸੰਘਰਸ਼ ਦੇ ਨਾਲ ਜੁੜੇ ਹੋਏ ਆ। ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕਿਹੜਾ ਲੱਗਦਾ ਵੀ ਜਿਵੇਂ ਸਕ੍ਰਿਪਟ ਲਿਖੀ ਹੁੰਦੀ ਹੈ ਪਹਿਲਾਂ, ਪਰ ਜਦੋਂ ਅਸੀਂ ਅਸਲੀਅਤ ਦੇ ਵਿੱਚ ਆਉਂਦੇ ਹਾਂ ਤਾਂ ਸਾਰਾ ਕੁਝ ਸਕ੍ਰਿਪਟ ਦੇ ਮੁਤਾਬਕ ਨਹੀਂ ਚੱਲਦਾ। ਔਰ ਜਿਹੜੀ ਇਹ ਫਿਲਮ ਚੱਲ ਰਹੀ ਆ, ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਈ ਫਿਲਮ ਹਿੰਦੁਸਤਾਨ ਦੇ ਇੱਕ ਮੰਚ 'ਤੇ ਚੱਲ ਰਹੀ ਆ, ਉਸ ਮੰਚ 'ਤੇ ਚੱਲ ਰਹੀ ਫਿਲਮ ਨੂੰ ਕੁਝ ਲੋਕਾਂ ਨੇ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਕਿੱਦਾਂ ਇਸ ਸਾਰੇ ਵਰਤਾਰੇ ਨੂੰ ਕਿੱਦਾਂ ਦੇਖਦੇ ਹੋ? ਅਸਲ ਵਿੱਚ ਜਿਹੜੀ ਤੁਸੀਂ ਸਕ੍ਰਿਪਟ ਦੀ ਗੱਲ ਕਰਦੇ ਹੋ ਨਾ, ਹੁੰਦਾ ਇਹ ਹੈ ਕਿ ਸਮਾਜਿਕ ਜਿਹੜਾ ਢਾਂਚਾ ਹੈ ਨਾ, ਉਹ ਬੜਾ ਕੰਪਲੈਕਸ ਹੁੰਦਾ। ਅਸਲ 'ਚ ਉਹ ਸਿੰਪਲ ਨਹੀਂ ਹੁੰਦਾ, ਮਤਲਬ ਸਤਾਈ ਨਹੀਂ ਹੁੰਦਾ, ਹੈ ਨਾ। ਅਸੀਂ ਅੱਜ ਤੋਂ ਇਸ ਸੰਘਰਸ਼ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਅਸੀਂ ਸਾਰੇ ਜਾਂ ਜ਼ਿਆਦਾ ਸੈਂਸਿਟਿਵ ਲੋਕ ਜਾਂ ਜਿਹੜੇ ਬਜ਼ੁਰਗ, ਜਿਹੜੇ ਸਿਆਣੇ ਮਤਲਬ, ਹੈ ਨਾ, ਉਹ ਇਹ ਸੋਚਦੇ ਸੀ ਯਾਰ ਅਸੀਂ ਕਿਹੋ ਜਿਹੇ ਹਾਲਾਤ 'ਚ ਪਹੁੰਚ ਗਏ ਹਾਂ ਕਿ ਯੂਥ ਨਸ਼ਿਆਂ ਦੇ ਮਗਰ ਲੱਗ ਪਈ ਹੋਈ ਹੈ,
ਕੋਈ ਹਲਚਲ ਨਹੀਂ ਨਜ਼ਰ ਆ ਰਹੀ, ਕੋਈ ਸੰਘਰਸ਼ ਨਹੀਂ ਨਜ਼ਰ ਆ ਰਿਹਾ। ਤਕਲੀਫ ਦਿਨੋਂ ਦਿਨ ਵਧੀ ਜਾਂਦੀ ਹੈ। ਕਿਸਾਨ ਤਕਲੀਫ 'ਚ ਹੈ, ਮੁਲਾਜ਼ਮ ਤਕਲੀਫ 'ਚ ਹੈ, ਮਜ਼ਦੂਰ ਤਕਲੀਫ ਦੇ ਵਿੱਚ ਹੈ, ਹਰ ਤਬਕਾ ਜਿਹੜਾ ਉਹ ਤਕਲੀਫ ਦੇ ਵਿੱਚ ਹੈ। ਸਰਕਾਰ ਇਹੋ ਜਿਹੀ ਚੱਲ ਰਹੀ ਹੈ ਜਿਹੜੀ ਹਰ ਇੱਕ ਦਾ ਗਲਾ ਘੁੱਟਣ ਨੂੰ ਤਿਆਰ ਹੈ, ਇੱਕੋ ਰੰਗ ਦੇ ਵਿੱਚ ਰੰਗਣਾ ਚਾਹੁੰਦੀ ਤੇ ਲੇਕਿਨ ਹੋ ਕੁਝ ਵੀ ਨਹੀਂ ਰਿਹਾ। ਕਿਤੇ ਨਾ ਕਿਤੇ ਉਹ ਇੱਕ ਨਿਰਾਸ਼ਾ ਦਾ ਦੌਰ ਇੱਕ ਸੀ ਜਿਹਦੇ ਵਿੱਚ ਹਰ ਇੱਕ ਬੰਦਾ ਤਕਲੀਫ 'ਚ ਸੀਗਾ। ਜਿਹੜਾ ਕਿਰਤ ਹੈ ਤੁਹਾਡੀ ਉਹ ਵੀ ਖਤਰੇ ਦੇ ਵਿੱਚ ਪੈਦਾ ਹੋ ਗਈ ਤੇ ਉਹਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ। ਇਹ ਭਾਵੇਂ ਲੋਕੀ ਕਹਿਣ ਕਿ ਆਪ ਮੁਹਾਰੇ ਇੱਕ ਅੰਦੋਲਨ ਸ਼ੁਰੂ ਹੋਇਆ, ਇਹਦੇ 'ਚ ਆਪ ਮੁਹਾਰਾਪਣ ਹੈਗਾ ਸੀ, ਲੇਕਿਨ ਅਸੀਂ ਇਹਨੂੰ ਟੋਟਲੀ ਜੇ ਆਪ ਮੁਹਾਰਾਪਣ ਦੇ ਖਾਤੇ 'ਚ ਪਾਉਂਦੇ ਹਾਂ ਤਾਂ ਫਿਰ ਅਸੀਂ ਗਲਤ ਹਾਂ, ਫਿਰ ਅਸੀਂ ਚੀਟਿੰਗ ਕਰ ਰਹੇ ਹਾਂ। ਉਹਨਾਂ ਲੋਕਾਂ ਨਾਲ, ਉਹਨਾਂ ਸੰਘਰਸ਼ੀ ਧਿਰਾਂ ਨਾਲ ਚੀਟਿੰਗ ਕਰ ਰਹੇ ਹਾਂ ਜਿਹੜੀਆਂ ਸਾਲਾਂ ਬੱਧੀ ਲੋਕਾਂ ਨੂੰ ਇਸ ਚੀਜ਼ ਨਾਲ ਜੋੜ ਰਹੀਆਂ ਸੀਗੀਆਂ, ਜਿਹੜੀਆਂ ਬਾਰ-ਬਾਰ ਲੋਕਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਕਹਿ ਰਹੀਆਂ ਸੀ ਕਿ ਭਾਈ ਇਹ ਕਾਰਪੋਰੇਟਾਂ ਨੇ ਤੁਹਾਡੀ ਸੰਗੀ ਨੱਪਣੀ ਹੈ, ਤੁਹਾਡਾ ਲੱਸੀ, ਸ਼ਰਬਤ, ਨਿੰਬੂ ਪਾਣੀ, ਇਹ ਚੀਜ਼ਾਂ ਤੁਹਾਡੀਆਂ ਖਾ ਜਾਣੀਆਂ ਕੋਕਾ ਕੋਲਾ, ਪੈਪਸੀ ਨੇ। ਲੋਕਾਂ ਨੂੰ ਉਦੋਂ ਸਮਝ ਨਹੀਂ ਸੀ ਆਉਂਦੀਆਂ ਵੀ ਇਹ ਕੀ ਗੱਲਾਂ ਕਰ ਰਹੇ, ਪਰ ਅੱਜ ਸਾਨੂੰ ਪਤਾ ਹੈ ਇਹਦਾ ਮਤਲਬ ਕਾਰਪੋਰੇਟ ਤੁਹਾਡੇ ਅੰਦਰ ਕਾਬਜ਼ ਹੋ ਗਿਆ। ਉਹ ਜਦੋਂ ਕਾਰਪੋਰੇਟ ਨੇ ਬਿਲਕੁਲ ਇੱਕ ਅੱਤ ਕਰ ਦਿੱਤੀ ਤੇ ਉਹਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋ ਗਿਆ। ਹੁਣ ਅੰਦੋਲਨ ਜਦੋਂ ਸ਼ੁਰੂ ਹੋਇਆ, ਇਹ ਅੰਦੋਲਨ ਟੋਟਲੀ ਇੱਕ ਆਰਥਿਕ ਅੰਦੋਲਨ ਹੈ, ਕਿਰਤ ਨਾਲ ਜੁੜਿਆ ਹੋਇਆ ਅੰਦੋਲਨ ਹੈ। ਲੇਕਿਨ ਕੁਝ ਧਿਰਾਂ ਸਮਾਜ ਦੇ ਵਿੱਚ ਇਹੋ ਜਿਹੀਆਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹ ਤਾਂ ਬਹੁਤ ਵੱਡਾ ਪਲੇਟਫਾਰਮ ਤਿਆਰ ਹੋ ਗਿਆ, ਐਡਾ ਗਰਮ ਪਲੇਟਫਾਰਮ ਤਿਆਰ ਹੋ ਗਿਆ ਕਿ ਪੂਰੀ ਲੋਕਾਈ ਤਿਆਰ ਖੜੀ, ਪੱਬਾਂ ਭਰ ਹੋਈ ਪਈ ਹੈ ਲੜਨ ਨੂੰ, ਤੇ ਇਹਨੂੰ ਡਿਰੇਲ ਕਰੀਏ। ਕੁਛ ਧਿਰਾਂ ਇਹ ਹੁੰਦੀਆਂ ਇਹਨੂੰ ਡਿਰੇਲ ਕਰ ਦਈਏ, ਇਹਨੂੰ ਲੀਹ ਤੋਂ ਲਾ ਦਈਏ, ਪਟੜੀ ਤੋਂ ਲਾ ਦਈਏ ਨਾ। ਉਹਨਾਂ ਦੇ ਪਿੱਛੇ ਕਈ ਵਾਰੀ ਕੋਈ ਹੱਥ ਵੀ ਹੁੰਦਾ। ਇੱਕ ਦੂਜੀ ਧਿਰ ਹੁੰਦੀ ਹੈ ਜਿਨ੍ਹਾਂ ਨੂੰ ਐਂ ਲੱਗਦਾ ਹੁੰਦਾ ਜਿਨ੍ਹਾਂ ਨੂੰ ਕੋਈ ਸਿਆਣਦਾ ਨਹੀਂ, ਜਿਹੜੇ ਬਹੁਤ ਹਾਸ਼ੀਏ 'ਤੇ ਜਾ ਚੁੱਕੇ ਹੁੰਦੇ ਆ, ਭੁੱਲ ਭੁਲਾ ਚੁੱਕੇ ਹੁੰਦੇ ਲੋਕੀ ਵੀ ਆਹ ਵੀ ਕੋਈ ਚੀਜ਼ ਹੈਗੀ ਜਾਂ ਆਹ ਵੀ ਕੋਈ ਫੋਰਸ ਹੈ। ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਮੌਕਾ ਹੈ ਨਾ, ਆਪਾਂ ਵੀ ਕੋਈ ਆਪਣਾ ਦੁਕਾਨ ਖੜੀ ਕਰ ਦਈਏ। ਫਿਰ ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਖੜੀਆਂ ਹੁੰਦੀਆਂ, ਉਹ ਜਦੋਂ ਖੜੀਆਂ ਹੁੰਦੀਆਂ ਫਿਰ ਉਹ ਸਮੱਸਿਆ ਬਣਦੀਆਂ। ਹੁਣ ਉਹ ਜਦੋਂ ਸਮੱਸਿਆ ਬਣ ਜਾਂਦੀਆਂ ਤੇ ਜਿਹੜੇ ਚਤੰਨ ਲੋਕ ਹੁੰਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਜੇ ਆਪਾਂ ਕਹੀਏ ਨਾ ਵੀ 32 ਦੀਆਂ 32 ਜਥੇਬੰਦੀਆਂ ਨੂੰ ਤੁਸੀਂ ਇੱਕੋ ਹੀ ਲੈਵਲ 'ਤੇ ਖੜੇ ਕਰ ਦਿਓ, ਤੁਸੀਂ ਨਹੀਂ ਕਰ ਸਕਦੇ। ਅਵੇਅਰਨੈਸ ਲੈਵਲ ਕਿਸੇ ਦਾ ਕੁਛ ਹੈ, ਕਿਸੇ ਦਾ ਕੁਛ ਹੈ, ਕਿਸੇ ਦੀ ਕੁਛ ਮਜਬੂਰੀ ਜਾਂ ਕਿਸੇ ਦੀ ਕੁਛ ਮਜਬੂਰੀ ਹੈ। ਲੇਕਿਨ ਮੈਜੋਰਟੀ ਆਫ ਜਿਹੜੀਆਂ ਧਿਰਾਂ ਸੀ, ਜਿਹੜੀ ਵੱਡੀਆਂ ਧਿਰਾਂ ਸੀ, ਉਹ ਸਮਝਦੀਆਂ ਸੀ ਪਹਿਲੇ ਦਿਨ ਤੋਂ, ਉਹ ਜਾਣਦੀਆਂ ਸੀ ਕਿ ਜੇ ਆਹ ਚੀਜ਼ ਖੜੀ ਹੋਈ ਹੈ ਪੈਰਲਲ, ਤਾਂ ਇਹਨੂੰ ਕਿਉਂ ਖੜੀ ਹੋਈ ਹੈ, ਇਸ ਕਰਕੇ ਖੜੀ ਹੋਈ ਹੈ ਕਿ ਇਹ ਦੋ ਕਾਰਨ ਨੇ ਕਿ ਜਾਂ ਤਾਂ ਇਸ ਸਬਜ਼ ਨੂੰ ਡਿਰੇਲ ਕਰਨਾ, ਪਟੜੀ ਤੋਂ ਉਤਾਰਨਾ, ਜਾਂ ਜਿਹੜੇ ਬਿਲਕੁਲ ਹੀ ਜਿਹਨਾਂ ਦੀ ਸੇ ਨਹੀਂ, ਜਿਹਨਾਂ ਨੂੰ ਕੋਈ ਸਿਆਣਦਾ ਨਹੀਂ, ਪਛਾਣਦਾ ਨਹੀਂ, ਜਿਹਨਾਂ ਨੂੰ ਗੱਲ ਉਹਨਾਂ ਨੂੰ ਲੱਗਦਾ ਇਹਦੇ ਬਹਾਨੇ ਅਸੀਂ ਵੀ ਥੋੜ੍ਹਾ ਜਿਹਾ ਆਪਣਾ ਕੁਝ। ਜਿੱਦਾਂ ਕੁਝ ਲੋਕਾਂ ਨੇ ਧਰਮ ਯੁੱਧ ਮੋਰਚੇ ਦਾ ਵਧਾਰਾ ਇਸ ਸੰਘਰਸ਼ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ। ਹੁਣ ਉਹਨਾਂ ਨੇ ਜਦੋਂ ਇੱਕ ਸੰਘਰਸ਼ ਚੱਲ ਰਿਹਾ, ਸੰਘਰਸ਼ ਦੇ ਵਿੱਚ ਸਮਾਜ ਦਾ ਹਰ ਹਿੱਸਾ ਹੈ, ਹਰ ਅੰਗ ਹੈ, ਉਹਦੇ ਵਿੱਚ ਕਿਸਾਨ ਵੀ ਹੈ, ਜ਼ਿਆਦਾ ਕਿਸਾਨ ਹੈ, ਠੀਕ ਹੈ ਨਾ। ਹੁਣ ਜਿਹੜਾ ਕਿਸਾਨ ਹੈ ਪੰਜਾਬ ਦੀ ਜਿਹੜੀ ਸੱਭਿਆਚਾਰਕ ਇਤਿਹਾਸਕਤਾ ਹੈ, ਉਹ ਅਸੀਂ ਮੰਨਦੇ ਹਾਂ ਕਿ ਉਹ ਸਿੱਖੀ ਨਾਲ ਜੁੜੀ ਹੋਈ ਹੈ। ਉਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਬੇਸਿਕਲੀ ਜ਼ਿਆਦਾ ਸਿੱਖ ਤਬਕਾ ਹੈਗਾ, ਚਾਹੇ ਉਹ ਅੰਮ੍ਰਿਤਧਾਰੀ ਹੈ ਚਾਹੇ ਅੰਮ੍ਰਿਤਧਾਰੀ ਨਹੀਂ ਹੈ, ਪਰ ਜ਼ਿਆਦਾ ਸਿੱਖੀ ਨਾਲ ਲੋਕੀ ਜੁੜੇ ਹੋਏ ਨੇ, ਇਹ ਤਾਂ ਗੱਲ ਮੰਨਣਯੋਗ ਹੈ। ਪਰ ਜਦੋਂ ਕਿਰਤ ਨਾਲ ਜੁੜੇ ਹੋਏ ਲੋਕ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਨੇ ਤਾਂ ਉਹਨੂੰ ਧਾਰਮਿਕ ਲੜਾਈ ਨਹੀਂ ਤੁਸੀਂ ਮੰਨ ਸਕਦੇ, ਕਿਉਂਕਿ ਧਰਮ ਦੀ ਲੜਾਈ ਤਾਂ ਅਲੱਗ ਹੈ। ਫਿਰ ਧਰਮ ਦੀ ਲੜਾਈ ਉਸ ਤੋਂ ਪਹਿਲਾਂ ਅਸੀਂ ਲੜ ਚੁੱਕੇ ਹੋਏ ਹਾਂ। ਜਦੋਂ ਬੇਅਦਬੀਆਂ ਹੋਈਆਂ, ਉਸ ਬੇਅਦਬੀ ਦਾ ਜਿਹੜਾ ਸੱਲ ਹੈ ਉਹ ਤਾਂ ਦਿਲਾਂ 'ਚ ਚੁੱਭਿਆ ਹੋਇਆ ਨਾ ਹਾਲੇ ਤੱਕ। ਬਿਲਕੁਲ। ਔਰ ਹੁਕੂਮਤ ਚਾਹੁੰਦੀ ਵੀ ਨਹੀਂ ਕਿ ਉਹ ਕੰਡਾ ਨਿਕਲ ਜਾਵੇ ਬਾਹਰ, ਉਹ ਹੁਕੂਮਤ ਚਾਹੁੰਦੀ ਕੰਡਾ ਉੱਥੇ ਹੀ ਅਟਕਿਆ ਰਹੇ, ਉਹ ਨਾ ਅੰਦਰ ਨੂੰ ਜਾਵੇ, ਨਾ ਉਹ ਗਲੇ, ਨਾ ਉਹ ਬਾਹਰ ਨਿਕਲੇ, ਕਿਉਂਕਿ ਉਹਨਾਂ ਦੇ ਫਾਇਦੇ 'ਚ ਹੈ ਸਾਰਾ ਕੁਝ। ਜਜ਼ਬਾਤ ਨੇ 84 ਦੇ ਜਿਵੇਂ 84 'ਚ ਹੋਇਆ, ਉਸ ਸਾਰੇ ਘਟਨਾਕ੍ਰਮ ਨੂੰ ਜਿਵੇਂ ਰਾਜਨੀਤਿਕ ਤੌਰ ਤੇ ਸਿੱਖ ਹੁਣ ਜੋ 84 'ਚ ਨਸਲਕੁਸ਼ੀ ਹੋਈ ਹੈ, ਹਕੂਮਤ ਨੇ ਮਿੱਥ ਕੇ ਕੀਤੀ ਹੈ। ਕੀ ਜੇ ਹਕੂਮਤ ਚਾਹੁੰਦੀ ਕਿ ਉਹਦਾ ਹੱਲ ਨਹੀਂ ਸੀ ਕੱਢ ਸਕਦੀ, ਕੀ ਸਜ਼ਾਵਾਂ ਨਹੀਂ ਸੀ ਦੇ ਸਕਦੀ? ਪਰ ਉਹਨਾਂ ਨੂੰ ਇਹ ਮਾਫਕ ਬੈਠਦਾ ਸਾਰਾ ਕੁਝ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਧਰਮ ਦੇ ਨਾਮ ਦੇ ਉੱਤੇ ਲੋਕੀ ਜਜ਼ਬਾਤ ਲੋਕਾਂ ਦੇ ਭੜਕਦੇ ਨੇ। ਫਿਰ ਲੋਕੀ ਜਿਹੜੇ ਗਏ ਲੋਕੀ ਨਾ, ਜਿਹੜਾ ਇੱਕ ਹੁੰਦਾ ਨਾ, ਇੱਕ ਤੁਹਾਡਾ ਇੱਕ ਹੁੰਦਾ ਨਾ ਇੱਕ ਸਹੀ ਸੰਘਰਸ਼ ਹੁੰਦਾ, ਜਿਵੇਂ ਬਾਬਾ ਨਾਨਕ ਜਦੋਂ ਕਿਰਤ ਕਰਨ ਦੀ ਗੱਲ ਕਰਦੇ ਨਾ, ਨਾਮ ਜਪਣ ਦੀ ਗੱਲ ਵੀ ਕਰਦੇ ਆ, ਵੰਡ ਛਕਣ ਦੀ ਗੱਲ ਵੀ ਕਰਦੇ ਆ, ਲੇਕਿਨ ਸਟਾਰਟ ਕਿਰਤ ਤੋਂ ਕਰਦੇ ਆ, ਹੈ ਨਾ। ਉਹ ਇਹ ਨਹੀਂ ਕਹਿੰਦੇ ਵੀ ਨਾਮ ਜਪੋ, ਵੰਡ ਛਕੋ ਤੇ ਕਿਰਤ ਵੀ ਕਰੋ, ਉਹ ਪਹਿਲਾਂ ਕਿਰਤ ਨੂੰ ਮਹੱਤਵ ਦਿੰਦੇ ਆ ਤੇ ਆਪਣੀ ਪ੍ਰੈਕਟੀਕਲ ਜ਼ਿੰਦਗੀ ਵਿੱਚ ਵੀ ਉਸ ਕਿਰਤ ਨੂੰ ਮਹੱਤਵ ਦੇ ਕੇ ਦੱਸਦੇ ਆ ਕਿ ਕਿਰਤ ਨੂੰ ਮਹੱਤਵ ਕਿਵੇਂ ਦੇ ਹਲ ਵਾਹ ਕੇ ਦੱਸਦੇ ਆ, ਪਰਿਵਾਰਕ ਜ਼ਿੰਦਗੀ ਨੂੰ ਇੱਕ ਇੰਪੋਰਟੈਂਸ ਦੇ ਕੇ ਦੱਸਦੇ ਆ, ਹੈ ਨਾ। ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਬਾਬੇ ਕੋਲੋਂ ਸਿੱਖਣ ਦੀ ਲੋੜ ਹੈ ਨਾ, ਕਿ ਕਿਰਤ ਨੂੰ ਵੀ ਜੋੜਦੇ ਤੇ ਪਰਿਵਾਰਕ ਜ਼ਿੰਦਗੀ ਦੱਸਦੇ ਆ ਤੁਹਾਨੂੰ ਸ਼ੁਕਰ ਹੈ ਨਾ ਵੀ ਕਿਰਤ ਆਹ ਪਰਿਵਾਰਕ ਜ਼ਿੰਦਗੀ ਆ। ਤੇ ਉਹ ਹੁਣ ਜਦੋਂ ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੋੜ ਕੇ ਤੁਸੀਂ ਇੱਕ ਕਿਰਤ ਦੀ ਰਾਖੀ ਲਈ ਚੱਲ ਰਹੇ ਅੰਦੋਲਨ ਨੂੰ
ਤੁਸੀਂ ਇੱਕ ਕਿਸੇ ਖੇਤ ਦੀ ਵੱਟ ਤੇ ਖੜੇ ਹੋ ਕੇ ਤੁਸੀਂ ਇਹ ਕਹਿ ਦਿੰਦੇ ਹੋ ਕਿ ਠੀਕ ਹੈ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹੈ, ਆਪਣੀ ਜਗ੍ਹਾ ਉਹ ਵੀ ਠੀਕ ਹੋਣਗੀਆਂ, ਪਰ ਇਹ ਤਾਂ ਛੋਟੀ ਲੜਾਈ ਹੈ। ਹਾਂ, ਵੱਡੀ ਲੜਾਈ ਤਾਂ ਸਾਡੀ ਧਰਮ ਦੀ ਲੜਾਈ ਹੈ, ਵੱਡੀ ਲੜਾਈ ਸਾਡੀ ਹੋਂਦ ਦੀ ਲੜਾਈ ਹੈ, ਸਾਡੀ ਪਹਿਚਾਣ ਦੀ ਲੜਾਈ ਹੈ, ਜਾਂ ਇੱਕ ਵੱਖਰੀ ਸਟੇਟ ਦੀ ਲੜਾਈ ਹੈ। ਜਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤੇ ਸਾਫ਼ ਸਿਆਣੇ ਬੰਦੇ ਨੂੰ ਸਮਝ ਆਉਂਦਾ ਕਿ ਯਾਰ ਤੁਸੀਂ ਗੱਲਾਂ ਤੁਸੀਂ ਲਾਂਭੇ ਲੈ ਕੇ ਜਾਣਾ ਚਾਹੁੰਦੇ ਹੋ। ਇਹ ਜਿਹੜਾ ਇੱਕ ਸੰਘਰਸ਼ ਚੱਲ ਰਿਹਾ ਹੁਣ, ਉਸ ਸੰਘਰਸ਼ ਦੇ ਵਿੱਚ ਹਰ ਬੰਦਾ ਕਰਮ ਜੀ ਅਵੇਅਰ ਨਹੀਂ ਹੁੰਦਾ। ਆਪ ਮੁਹਾਰਾਪਣ ਵੀ ਉਹਦੇ 'ਚ ਹੈਗਾ ਆ। ਹਰ ਬੰਦਾ ਕੋਈ ਕਿਸੇ ਜਥੇਬੰਦੀ ਦਾ ਕੈਡਰ ਨਹੀਂ ਹੈਗਾ। ਫਿਰ ਜਿਹੜਾ ਆਪ ਮੁਹਾਰਾ ਯੂਥ ਹੈ ਜਿਹੜਾ ਬੜੀ ਦੇਰ ਬਾਅਦ ਇਹੋ ਜਿਹੇ ਸੰਘਰਸ਼ ਵਿੱਚ ਸ਼ਾਮਲ ਹੋਇਆ, ਉਹ ਕਈ ਵਾਰੀ ਫਿਰ ਮਿਸਲੀਡ ਹੁੰਦਾ ਕਿਉਂਕਿ ਜਿਹੜਾ ਪੰਜਾਬੀ ਸਮਾਜ ਦੀ ਦੇਖਿਆ, ਸੌਰੀ ਮੈਂ ਤੁਹਾਡੀ ਗੱਲ ਇੰਟਰਪਟ ਕਰ ਰਿਹਾ ਜੀ, ਵੀ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਸਟ ਧਿਰਾਂ ਨਾਲ ਜੁੜੇ ਹੋਏ ਆਗੂ ਵੀ ਇਸ ਸੰਘਰਸ਼ ਦੇ ਵਿੱਚ ਹੈਗੇ ਆ, ਪਰ ਉਹਨਾਂ ਨੇ ਜੇ ਕਮਿਊਨਿਸਟਾਂ ਦੇ ਰਾਜਨੀਤਿਕ ਏਜੰਡੇ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਏਜੰਡਾ ਤਾਂ ਇਨਕਲਾਬ ਕਰਨਾ, ਤਖਤਾ ਪਲਟਣਾ ਆਪਾਂ ਕਹਿ ਦਈਏ, ਪਰ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਲੈ ਕੇ ਆਂਦੀ ਕਿਉਂਕਿ ਉਹ ਸਮਝਦੇ ਆ ਵੀ ਇਹ ਸੰਘਰਸ਼ ਤਖਤਾ ਪਲਟਣ ਲਈ ਨਹੀਂ ਹੈ, ਇਹ ਸੰਘਰਸ਼ ਕਿਸਾਨੀ ਮੁੱਦਿਆਂ ਤੇ ਜਿਹੜਾ ਲੜਾਈ ਲੜਦਾ ਸੀ। ਉਹ ਆਉਣੀ ਹੀ ਨਹੀਂ ਸੀ ਉਹ ਗੱਲ, ਜੇ ਉਹ ਗੱਲ ਆਉਂਦੀ ਤਾਂ ਗਲਤ ਸੀ, ਉਹ ਆਣੀ ਨਹੀਂ ਸੀ ਚਾਹੀਦੀ ਗੱਲ, ਹੈ ਨਾ, ਉਹ ਤੇ ਆਣੀ ਨਹੀਂ ਚਾਹੀਦੀ ਯਾਰ, ਲੇਕਿਨ ਉਹ ਲਿਆਂਦੀ ਗਈ ਤੇ ਉਹਦੇ ਵਿੱਚ ਇਹੋ ਜਿਹੇ ਮਤਲਬ ਇਨਵਰਟਡ ਕਾਮਾਸ ਵਿਦਵਾਨ ਕਹਾਂ ਉਹਨਾਂ ਨੂੰ ਮੈਂ, ਹੈ ਨਾ, ਫਿਰ ਵਿਦਵਾਨ ਦੇ ਨਾਲ ਸਿੱਖ ਲਫ਼ਜ਼ ਵੀ ਲੱਗਿਆ ਹੋਇਆ। ਇਹ ਟਰਮ ਮੈਨੂੰ ਕੋਈ ਵਿਦਵਾਨ ਸਮਝਾ ਦੇਵੇ ਵੀ ਸਿੱਖ ਵਿਦਵਾਨ ਕੀ ਹੁੰਦਾ, ਮੈਨੂੰ ਇਸ ਟਰਮ ਨਾਲ ਹੀ ਇਤਰਾਜ਼ ਹੈ ਵੈਸੇ ਤਾਂ, ਕਿ ਸਿੱਖ ਵਿਦਵਾਨ, ਹਿੰਦੂ ਵਿਦਵਾਨ, ਮੁਸਲਿਮ ਵਿਦਵਾਨ, ਵਿਦਵਾਨ ਤਾਂ ਵਿਦਵਾਨ ਹੁੰਦਾ ਹੈ। ਕੀ ਇਹ ਹੋ ਸਕਦਾ ਕਿ ਸਿੱਖੀ ਬਾਰੇ ਗੱਲ ਕਰਨ ਵਾਲਾ ਵਿਦਵਾਨ ਉਹਨੇ ਮੁਸਲਿਮ ਫਲਸਫੇ ਬਾਰੇ ਕੁਝ ਪੜ੍ਹਿਆ ਹੀ ਨਾ ਹੋਵੇ, ਜਾਂ ਉਹਨੇ ਹਿੰਦੂ ਵੇਦਾਂ ਦੀ ਉਹਨੂੰ ਜਾਣਕਾਰੀ ਨਾ ਹੋਵੇ? ਜਦ ਤੱਕ ਕੰਪੈਰੇਟਿਵ ਸਟੱਡੀ ਇੱਕ ਵਿਦਵਾਨ ਕੋਲ ਨਹੀਂ ਹੈ, ਉਦੋਂ ਤੱਕ ਉਹ ਵਿਦਵਾਨ ਕਿਵੇਂ ਹੋ ਸਕਦਾ? ਵਿਦਵਾਨ ਨਹੀਂ ਹੋ ਸਕਦਾ। ਤੁਸੀਂ ਇਹਦਾ ਮਤਲਬ ਤੁਸੀਂ ਆਪਣੀ ਧਿਰ ਲੈ ਕੇ ਬੈਠੇ ਹੋ, ਫਿਰ ਤੁਸੀਂ ਵਿਦਵਾਨ ਨਹੀਂ ਹੋ ਸਕਦੇ। ਸੋ ਕਾਲਡ ਜਿਹੜੇ ਕੋਈ ਵਿਦਵਾਨ ਹੈ ਜਦੋਂ ਇਹ ਗੱਲ ਕਰਦੇ ਹੈ ਕਿ ਆਰਥਿਕ ਲੜਾਈ ਤਾਂ ਕੋਈ ਲੜਾਈ ਹੀ ਨਹੀਂ ਹੁੰਦੀ, ਮਤਲਬ ਉਹ ਐਡੀ ਵੱਡੀ ਗਲਤ ਸਟੇਟਮੈਂਟ ਕਿ ਆਰਥਿਕ ਲੜਾਈ ਕੋਈ ਲੜਾਈ ਹੁੰਦੀ ਹੈ। ਵੱਡੀ ਲੜਾਈ ਤਾਂ ਇਹ ਸਾਡੀ ਧਰਮ ਦੀ ਲੜਾਈ ਹੈ, ਸਾਡੀ ਪਹਿਚਾਣ ਦੀ, ਸਾਡੀ ਵੱਖਰੀ ਸਟੇਟ ਦੀ ਹੈ। ਵੀ ਜੇ ਇੱਕ ਵੱਖਰੀ ਸਟੇਟ ਸਾਨੂੰ ਮਿਲ ਗਈ ਤਾਂ ਜਿੱਦਾਂ ਜਾਦੂ ਦਾ ਪਿਟਾਰਾ ਖੁੱਲ੍ਹ ਜਾਣਾ ਤੇ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣੀਆਂ। ਇੰਨੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਨਹੀਂ ਹੋਈਆਂ। ਪੰਜਾਬ ਦੇ ਲੋਕ ਧਾਰਮਿਕ ਹੀ ਨੇ, ਪੰਜਾਬ 'ਚੋਂ ਧਾਰਮਿਕਤਾ ਤਾਂ ਗਾਇਬ ਹੋਈ ਨਹੀਂ ਕਦੇ। ਫਿਰ ਉਹ ਆਰਥਿਕ ਸਮੱਸਿਆਵਾਂ ਕਿਉਂ ਨਹੀਂ ਹੱਲ ਹੋਈਆਂ? ਆਰਥਿਕ ਸਮੱਸਿਆਵਾਂ ਦਾ ਜਿਹੜਾ ਸਪੈਕਟਰਮ ਹੈ, ਜਿਹੜਾ ਉਹਦਾ ਕੈਨਵਸ ਹੈ, ਉਹ ਬਹੁਤ ਵੱਡਾ ਹੈ। ਧਰਮ ਦਾ ਕੈਨਵਸ ਜਿਹੜਾ ਹੈਗਾ ਉਹ ਮਨੁੱਖ ਦੇ ਅੰਦਰ ਨਾਲ ਜੁੜਿਆ ਹੋਇਆ। ਕਿ ਇੱਕ ਬੰਦਾ ਇਹ ਹੋ ਸਕਦਾ ਜਿਹੜਾ ਕਹਿੰਦਾ ਕਿ ਯਾਰ ਧਰਮ ਤੋਂ ਬਿਨਾਂ ਵੀ ਮੇਰਾ ਅੰਦਰ ਸਾਫ਼ ਹੈ, ਧਰਮ ਤੋਂ ਬਿਨਾਂ ਵੀ ਮੈਂ ਆਪਣੇ ਨਿੱਜ ਨੂੰ ਬਾਹਰ ਨਾਲ ਕੰਪੇਅਰ ਕਰ ਸਕਦਾ ਕਿ ਮੈਂ ਆਪਣੇ ਨਿੱਜ ਨੂੰ ਸਮਾਜ ਨਾਲ ਕਿੱਦਾਂ ਜੋੜਨਾ, ਮੈਂ ਆਪਣੇ ਆਪ ਨੂੰ ਬਿਹਤਰ ਇਨਸਾਨ ਕਿਵੇਂ ਬਣਾਉਣਾ, ਮੈਂ ਜੀਵਨ ਜਾਂਚ ਕਿਵੇਂ ਸਿੱਖਣੀ ਹੈ, ਮੈਨੂੰ ਉਹਦੇ ਲਈ ਧਰਮ ਦੀ ਲੋੜ ਨਹੀਂ ਹੈ। ਓਕੇ। ਇੱਕ ਬੰਦਾ ਕਹਿੰਦਾ ਨਹੀਂ, ਮੈਨੂੰ ਧਰਮ ਜੀਵਨ ਜਾਂਚ ਸਿਖਾਉਂਦਾ ਹੈ। ਮੈਂ ਜਦ ਧਰਮ ਨਾਲ ਜੁੜ ਜਾਂਦਾ, ਜਦੋਂ ਮੈਂ ਪਾਠ ਕਰਦਾ, ਜਦੋਂ ਮੈਂ ਗੁਰਬਾਣੀ ਦਾ ਅਧਿਐਨ ਕਰਦਾ ਤੇ ਮੈਨੂੰ ਜ਼ਿੰਦਗੀ ਸਮਝ ਆਉਂਦੀ ਹੈ, ਮੈਨੂੰ ਜੀਵਨ ਜਾਂਚ। ਦੈਟਸ ਓਕੇ। ਇਤਰਾਜ਼ ਤਾਂ ਹੋਣਾ ਨਹੀਂ ਚਾਹੀਦਾ। ਇਹ ਗੱਲ ਤਾਂ ਐਂਡ ਦੇ ਵਿੱਚ ਤੁਸੀਂ ਜੀਵਨ ਜਾਂਚ ਦੀ ਹੈ ਨਾ, ਵੀ ਤੁਸੀਂ ਜੀਵਨ ਜਾਂਚ ਸਿੱਖਦੇ ਹੋ ਕਿ ਨਹੀਂ ਸਿੱਖਦੇ। ਜੇ ਇੱਕ ਬੰਦਾ ਉੱਪਰੋਂ ਦੇਖਣ ਨੂੰ ਧਰਮੀ ਲੱਗਦਾ ਹੈ, ਉਹਨੇ ਪੂਰਾ ਸਰੂਪ ਉਹਦਾ ਸਾਰਾ ਧਰਮੀ ਹੈ, ਲੇਕਿਨ ਉਹਦੀ ਜ਼ੁਬਾਨ ਜਦੋਂ ਖੁੱਲ੍ਹਦੀ ਹੈ ਤਾਂ ਉਸ ਤੋਂ ਗਾਲ ਨਿਕਲੇ, ਉਸ ਤੋਂ ਮਿੱਠੇ ਬੋਲ ਨਾ ਨਿਕਲਣ, ਕੋਈ ਉੱਦਾਂ ਨਿਕਲਣ, ਫਿਰ ਮੈਨੂੰ ਉਸ ਧਰਮ 'ਤੇ ਸ਼ੱਕ ਹੋਣਾ ਲਾਜ਼ਮੀ ਹੈ ਨਾ। ਫਿਰ ਇਹਦਾ ਮਤਲਬ ਉਹ ਧਰਮ ਅੰਦਰ ਤਾਂ ਗਿਆ ਹੀ ਨਾ। ਫਿਰ ਜਿਹੜਾ ਬਾਬਾ ਸ਼ਬਦ ਗੁਰੂ ਦੀ ਗੱਲ ਕਰ ਰਿਹਾ, ਉਹ ਸ਼ਬਦ ਤਾਂ ਅੰਦਰ ਵਸਿਆ ਹੀ ਨਾ। ਤੁਸੀਂ ਸ਼ਬਦ ਨੂੰ ਗੁਰੂ ਤਾਂ ਮੰਨਿਆ ਹੀ ਨਹੀਂ, ਤੁਹਾਡੀ ਜ਼ਬਾਨ ਤੋਂ ਸ਼ਬਦ ਤਾਂ ਗਲਤ ਨਿਕਲ ਰਹੇ ਨੇ। ਇੱਕ ਹੋਰ ਗੱਲ ਜਿਹੜੀ ਜਿਸ ਮੁੱਦੇ 'ਤੇ ਤੁਸੀਂ ਮੇਰੇ ਤੋਂ ਸਵਾਲ ਪੁੱਛ ਰਹੇ ਹੋ, ਇੱਕ ਨਾ ਨੈਰੇਟਿਵ ਸਿਰਜਿਆ ਜਾਂਦਾ ਕਿ ਦੇਖੋ ਜੀ ਜਿਹੜੀ RSS ਹੈ ਜਾਂ ਮੋਦੀ ਗੌਰਮੈਂਟ ਹੈ, ਉਹ ਸਵਾਲ ਨਹੀਂ ਕਰਨ ਦਿੰਦੀ, ਹੈ ਨਾ। ਉਹ ਸਵਾਲ ਤੁਹਾਨੂੰ ਉਠਾਉਣ ਦਾ ਹੱਕ ਤੁਹਾਡੇ ਤੋਂ ਖੋਹ ਲਿਆ ਉਹਨੇ। ਅਤੇ ਜਿਹੜੀਆਂ ਇਹ ਜਥੇਬੰਦੀਆਂ ਨੇ, ਜਿਹੜੇ ਕਿਸਾਨ ਆਗੂ ਸੰਘਰਸ਼ ਕਰ ਰਹੇ, ਇਹ ਵੀ ਸਵਾਲ ਨਹੀਂ ਉਠਾਉਣ ਦਿੰਦੇ, ਹੈ ਨਾ। ਜੇ ਸਵਾਲ ਕਰਦੇ ਤਾਂ ਤੁਹਾਨੂੰ ਗਦਾਰ ਕਹਿ ਦਿੰਦੇ ਆ ਜਾਂ ਤੁਹਾਨੂੰ ਇਹ ਕੁਛ ਕਹਿ ਦਿੰਦੇ ਆ। ਇਹ ਗੱਲ ਨੂੰ ਕਦੇ ਗੰਭੀਰਤਾ ਨਾਲ ਸੋਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਸਵਾਲ ਕਰਨ ਦਾ ਹੱਕ ਕਿਹਨੂੰ ਹੁੰਦਾ ਹੈ? ਐ ਤਾਂ ਨਹੀਂ ਹੋ ਸਕਦਾ ਨਾ ਕਿ ਮੈਂ ਆਪਣੇ ਘਰ 'ਚ ਰਹਿ ਰਿਹਾ, ਮੈਂ ਕੁਛ ਕਰ ਰਿਹਾ, ਇੱਕ ਬੰਦਾ ਸਡਨਲੀ ਬਾਹਰੋਂ ਆਵੇ, ਮੇਰਾ ਦਰਵਾਜ਼ਾ ਨੌਕ ਕਰਕੇ ਤੇ ਮੈਨੂੰ ਸਵਾਲ ਪੁੱਛਣੇ ਸ਼ੁਰੂ ਕਰ ਦੇਵੇ। ਐਦਾਂ ਤਾਂ ਨਹੀਂ ਹੁੰਦਾ ਨਾ। ਪਹਿਲਾਂ ਇੱਕ ਕੌਨਫੀਡੈਂਸ ਵਿੱਚ ਤਾਂ ਆਉਣਾ ਪਊਗਾ ਨਾ। ਕ੍ਰਿਟਿਸਿਜ਼ਮ ਵੀ ਦੋ ਤਰੀਕੇ ਦਾ ਹੁੰਦਾ, ਜਿਵੇਂ ਦੇਖਿਆ ਵੀ ਜਾਂ ਤਾਂ ਸੁਝਾਊ ਹੋਵੇ, ਉਹ ਇਸ ਮੂਵਮੈਂਟ ਦੇ ਭਲੇ ਲਈ ਕਰਨਾ ਚਾਹੁੰਦੇ ਹੁਣ ਕ੍ਰਿਟਿਸਿਜ਼ਮ। ਇੱਕ ਹੁੰਦੇ ਸਿਰਫ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਲੱਤਾਂ ਖਿੱਚਣ ਵਾਲਾ ਕ੍ਰਿਟਿਸਿਜ਼ਮ ਜਿਹੜਾ ਹੁੰਦਾ। ਉਹ ਵੀ ਤੁਹਾਡੀ ਗੱਲ ਸਹੀ ਹੈ, ਲੇਕਿਨ ਮੈਂ ਜਿਹੜਾ ਪੁਆਇੰਟ ਰੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਕਹਿ ਰਿਹਾ ਕਿ ਤੁਸੀਂ ਸਵਾਲ, ਇੱਕ ਸਟੂਡੈਂਟ ਵੀ ਟੀਚਰ ਨੂੰ ਸਵਾਲ ਉਦੋਂ ਹੀ ਕਰ ਸਕਦਾ ਜਦੋਂ ਉਸ ਟੀਚਰ ਨੂੰ ਪਤਾ ਹੈ ਕਿ ਇਹ ਚੰਗੀ ਤਰ੍ਹਾਂ ਬੈਠ ਕੇ ਪੜ੍ਹਦਾ ਹੈ।
ਇੱਕ ਰੈਪੋ ਜਦ ਤੱਕ ਤੁਹਾਡੀ ਨਹੀਂ ਬਣਦੀ, ਜੇ ਤੁਸੀਂ ਪਹਿਲੇ ਦਿਨ ਹੀ ਨਿਖੇਧੀ ਰਹੇ ਹੋ, ਜੇ ਤੁਸੀਂ ਪੈਂਦਿਆਂ ਸਾਰੀ ਪਹਿਲੇ ਸਟੈਪ ਦੇ ਵਿੱਚ ਹੀ ਤੁਸੀਂ ਇਹ ਕਹਿੰਦੇ ਹੋ ਕਿ ਯਾਰ ਇਹ ਤਾਂ ਕੋਈ ਲੜਾਈ ਨਹੀਂ ਹੈ ਜਿਹੜੀ ਜਥੇਬੰਦੀ ਲੜ ਰਹੀਆਂ, ਇਹ ਤਾਂ ਕੋਈ ਸੰਘਰਸ਼ ਨਹੀਂ ਹੈ, ਸੰਘਰਸ਼ ਤਾਂ ਅਸਲ 'ਚ ਹੈ, ਫਿਰ ਤੁਹਾਨੂੰ ਸਵਾਲ ਕਰਨ ਦਾ ਹੱਕ ਤਾਂ ਤੁਸੀਂ ਗਵਾਤਾ ਪਹਿਲੇ ਦਿਨ ਹੀ, ਫਿਰ ਤਾਂ ਤੁਹਾਡਾ ਨਾਤਾ ਹੀ ਟੁੱਟ ਗਿਆ ਨਾ। ਤੁਸੀਂ ਤਾਂ ਅਲੱਗ ਜਿੱਦਾਂ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ, ਤੁਸੀਂ ਤਾਂ ਅਲੱਗ ਨਾਰਥ ਸਾਊਥ ਪੋਲ ਤੇ ਖੜੇ ਹੋ ਗਏ ਨਾ, ਫਿਰ ਤਾਂ ਨਾ ਉਹ ਤੁਹਾਨੂੰ ਸਵਾਲ ਕਰ ਸਕਦੇ ਨਾ ਤੁਸੀਂ ਉਹਨੂੰ ਸਵਾਲ ਕਰ ਸਕਦੇ। ਸਵਾਲ ਤਾਂ ਉਦੋਂ ਕਰੂੰਗਾ ਜਦੋਂ ਅਸੀਂ ਦੋਨੋਂ ਜਣੇ ਚੱਲੇ ਸੀ ਤੇ ਗਲਵੱਕੜੀ ਪਾ ਕੇ ਚੱਲੇ ਸੀ ਇੱਕ ਕੰਮ ਕਰਨ, ਲੇਕਿਨ ਚਲਦਿਆਂ ਤੁਹਾਡੇ ਮਨ 'ਚ ਕੋਈ ਸਵਾਲ ਮੇਰੇ ਪ੍ਰਤੀ ਪੈਦਾ ਹੋ ਗਏ ਵੀ ਸਾਹਿਬ ਯਾਰ ਆਪਾਂ ਦੋਨੇ ਜਣੇ ਇਕੱਠੇ ਤੁਰੇ ਸੀ, ਮੈਨੂੰ ਤੇਰੀ ਗੱਲ ਠੀਕ ਨਹੀਂ ਲੱਗੀ, ਫਿਰ ਤਾਂ ਤੁਹਾਡਾ ਹੱਕ ਬਣਦਾ ਮੈਨੂੰ ਸਵਾਲ ਕਰਨ ਦਾ ਔਰ ਮੇਰਾ ਫਰਜ਼ ਬਣਦਾ ਕਿ ਮੈਂ ਜਵਾਬ ਦੇਵਾਂ। ਜੇ ਪਹਿਲੇ ਦਿਨ ਤੇ ਤੁਸੀਂ ਇਸ ਪਾਸੇ ਤੁਰੋ ਮੈਂ ਇਸ ਪਾਸੇ ਤੁਰਾਂ ਤਾਂ ਫਿਰ ਸਵਾਲ ਕਿੱਦਾਂ ਹੋ ਜਾਏਗਾ, ਕਿਉਂਕਿ ਉਹ ਸਵਾਲ ਦੀ ਮਨਸ਼ਾ ਠੀਕ ਨਹੀਂ ਹੈ। ਉਹ ਤਾਂ ਸਵਾਲ ਕਰਨ ਤੋਂ ਪਹਿਲੇ ਤੁਸੀਂ ਡਿਕਲੇਅਰ ਕਰੀ ਚੁੱਕੇ ਹੋ ਕਿ ਯਾਰ ਇਹ ਠੀਕ ਨਹੀਂ ਹੈ ਜੋ ਕੁਝ ਹੋ ਰਿਹਾ ਹੈ ਨਾ। ਫਿਰ ਤੁਸੀਂ ਕਿੰਨਾ ਕੁਝ ਗਲਤ ਕਰਦੇ ਹੋ, ਕਿੰਨਾ ਤੁਸੀਂ ਮਿਸਗਾਈਡ ਕਰਦੇ ਹੋ, ਤੁਸੀਂ ਕੰਪੈਰੀਜ਼ਨਸ ਕੀ ਕਰਦੇ ਹੋ, ਤੁਲਨਾ ਤੁਸੀਂ ਕਿਹਨਾਂ ਨਾਲ ਕਰ ਰਹੇ ਹੋ, ਤੁਲਨਾ ਤਾਂ ਤੁਸੀਂ ਭਗਤ ਸਿੰਘ ਨਾਲ ਕਰ ਰਹੇ ਹੋ ਹੈ ਨਾ। ਤੇ ਫਿਰ ਤੁਸੀਂ ਫਿਰ ਭਗਤ ਸਿੰਘ ਦੇ ਰਾਹ ਤੁਰਨ ਦੀ ਵੀ ਲੋੜ ਹੈ ਨਾ। ਤੁਸੀਂ ਇਹ ਵੀ ਤਾਂ ਸੋਚੋ ਨਾ ਕਿ ਭਗਤ ਸਿੰਘ ਦਾ ਪ੍ਰੋਸੀਜਰ ਕੀ ਹੈ, ਭਗਤ ਸਿੰਘ ਜੀ ਕਿਸੇ ਰਾਹ ਨੂੰ ਚੁਣਦਾ, ਜੇ ਭਗਤ ਸਿੰਘ ਗ੍ਰਿਫਤਾਰੀ ਚੁਣਦਾ ਜਿਹੜੀ ਕਿ ਜਿਸ ਧਿਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਧਿਰ ਦੇ ਇੱਕ ਉਹ ਜਿਹੜਾ ਨਾਇਕ ਹੈ ਉਹਦੀ ਗ੍ਰਿਫਤਾਰੀ ਦਾ ਇੱਕ ਬਹੁਤ ਵੱਡਾ ਇੱਕ ਇਸ਼ੂ ਖੜਾ ਹੋਇਆ ਸੀ ਨਾ ਕਿ ਹੈ ਨਾ, ਹੋਈ ਤੇ ਫਿਰ ਗ੍ਰਿਫਤਾਰੀ ਹੋਈ, ਫਿਰ ਉਹ ਅੰਦਰ, ਫਿਰ ਉਹ ਅੰਦਰੋਂ ਬਾਹਰ, ਫਿਰ ਜ਼ਮਾਨਤ, ਫਿਰ ਸਾਰਾ ਕੁਝ, ਫਿਰ ਬਾਹਰ ਆ ਕੇ ਸਟੇਟਮੈਂਟਸ ਆਈਆਂ ਕਿ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਲਈ ਗਿਆ ਹੋਇਆ ਸੀਗਾ ਹੈ ਨਾ, ਮੈਂ ਤਾਂ ਉੱਥੇ ਹੈ ਹੀ ਨਹੀਂ ਸੀ, ਮੈਂ ਤਾਂ ਉੱਥੇ ਬਾਅਦ ਦੇ ਵਿੱਚ ਪਹੁੰਚਿਆ, ਮੈਨੂੰ ਤਾਂ ਕਾਨੂੰਨ 'ਤੇ ਪੂਰਾ ਵਿਸ਼ਵਾਸ ਹੈ, ਮੈਨੂੰ ਤਾਂ ਹਿੰਦੁਸਤਾਨ ਦੇ ਕਾਨੂੰਨ 'ਤੇ ਪੂਰਾ ਵਿਸ਼ਵਾਸ ਹੈ, ਮੇਰੀ ਤਾਂ ਪੁਲਿਸ ਨੇ ਬਹੁਤ ਰਿਸਪੈਕਟ ਕੀਤੀ ਹੈ। ਮਤਲਬ ਜਦੋਂ ਤੋਂ ਤੁਸੀਂ ਬਾਹਰ ਹੋ, ਜਦੋਂ ਤੋਂ ਤੁਸੀਂ ਲੋਕਾਂ ਨੂੰ ਭੜਕਾਉਣਾ, ਉਦੋਂ ਤੋਂ ਤੁਸੀਂ ਕਹਿ ਰਹੇ ਕਿ ਲੋਕਤੰਤਰ, ਵਾਟ ਇਜ਼ ਲੋਕਤੰਤਰ, ਵਾਟ ਇਜ਼ ਡੈਮੋਕ੍ਰੇਸੀ। ਅਸੀਂ ਨਹੀਂ ਬੰਦੇ, ਸਾਡੇ ਲਈ ਨਹੀਂ ਬਣੀ ਹੋਈ ਡੈਮੋਕ੍ਰੇਸੀ, ਸਾਡੇ ਕਾਨੂੰਨ, ਖਾਲਸੇ ਦੇ ਕਾਨੂੰਨ ਆਪਣੇ ਕਾਨੂੰਨ ਨੇ ਹੈ ਨਾ, ਅਸੀਂ ਆਪਣੇ ਕਾਨੂੰਨਾਂ ਮੁਤਾਬਕ ਜਾਣਾ, ਅਸੀਂ ਕਿਸੇ ਤੋਂ ਕਿਉਂ ਇਜਾਜ਼ਤ ਲਈਏ ਕਿ ਅਸੀਂ ਇਸ ਰਾਹ ਜਾਈਏ ਜਾਂ ਉਸ ਰਾਹ ਜਾਈਏ। ਉਦੋਂ ਤੋਂ ਤੁਸੀਂ ਇਹ ਗੱਲਾਂ ਕਰਦੇ ਹੋ, ਜੇ ਤੁਸੀਂ ਉਹ ਗੱਲਾਂ ਕਰਦੇ ਹੋ ਤੁਹਾਨੂੰ ਹੱਕ ਹੈ। ਮੈਂ ਕਹਿੰਦਾ ਲੋਕਤੰਤਰ ਹੈ ਬਕਵਾਸ ਲੋਕਤੰਤਰ ਹੈ, ਮੈਂ ਕਹਿੰਦਾ ਕੋਈ ਡੈਮੋਕ੍ਰੇਸੀ ਨਹੀਂ ਹੈ, ਇਹ ਫਾਰ ਦਾ ਪੀਪਲ ਆਫ ਦਾ ਪੀਪਲ ਨਹੀਂ ਹੈ, ਇਹ ਐਂਟੀ ਪੀਪਲ ਡੈਮੋਕ੍ਰੇਸੀ ਹੈ। ਪਰ ਮੈਨੂੰ ਖੜਨਾ ਪਊ ਨਾ ਉਹਦੇ 'ਤੇ ਫਿਰ ਹੈ ਨਾ। ਜਦੋਂ ਭਗਤ ਸਿੰਘ ਇਹ ਗੱਲ ਕਹਿੰਦਾ ਹੈ ਕਿ ਜੋ ਹਕੂਮਤ ਕਰ ਰਹੀ ਹੈ ਗਲਤ ਕਰ ਰਹੀ ਹੈ, ਇਸ ਹਕੂਮਤ ਦਾ ਤਖਤਾ ਪਲਟਾਉਣ ਦੀ ਲੋੜ ਹੈ, ਇਹਦੇ ਖਿਲਾਫ ਲੜਨ ਦੀ ਲੋੜ ਹੈ, ਅਤੇ ਜਦੋਂ ਗ੍ਰਿਫਤਾਰ ਹੋ ਜਾਂਦਾ ਤਾਂ ਉਹਦੀ ਸਟੇਟਮੈਂਟ ਬਦਲਦੀ ਨਹੀਂ ਹੈ, ਉਹ ਜ਼ਮਾਨਤ ਦੀ ਅਰਜ਼ੀ ਨਹੀਂ ਦਿੰਦਾ, ਉਹ ਜ਼ਮਾਨਤ ਦੀ ਅਰਜ਼ੀ ਨਹੀਂ ਦਿੰਦਾ। ਉਹ ਜਦੋਂ ਉੱਥੇ ਅਦਾਲਤ ਵਿੱਚ ਖੜਦਾ ਜਿਹੜੀ ਕਿ ਪਲਾਨ ਸੀ ਮਤਲਬ ਉਹਨਾਂ ਸਾਰਿਆਂ ਦੀ ਵੀ ਬੰਦਾ ਉਹ ਭੇਜਣਾ ਅੰਦਰ ਜਿਹੜਾ ਸਾਡੀ ਗੱਲ ਨੂੰ ਪੁੱਟ ਅਪ ਕਰ ਸਕੇ ਠੀਕ ਢੰਗ ਨਾਲ ਉੱਥੇ ਕੋਰਟ ਦੇ ਵਿੱਚ, ਕਿਉਂਕਿ ਉੱਥੋਂ ਮੀਡੀਆ ਰਾਹੀਂ ਗੱਲ ਵੱਡੇ ਲੈਵਲ ਤੇ ਜਾਣੀ ਹੈ। ਉੱਥੇ ਜਾ ਕੇ ਥਿੜਕਦਾ ਨਹੀਂ ਹੈ, ਉੱਥੇ ਜਾ ਕੇ ਉਹ ਗੱਲਾਂ ਸਾਰੀਆਂ ਉਹ ਕਰਦਾ ਜਿਹੜੀ ਉਹ ਬਾਹਰ ਗੱਲਾਂ ਕਰ ਰਿਹਾ ਸੀ, ਉਹ ਦੱਸਦਾ ਹੈ ਪੂਰੇ ਸਮਾਜ ਨੂੰ ਕਿ ਜਿਹੜਾ ਇਹ ਇੰਪੀਰੀਅਲਿਸਟ ਨੇ, ਇਹ ਕੌਣ ਨੇ, ਇਹ ਕਿੱਦਾਂ ਦੇ ਨੇ, ਇਹ ਸਾਡੇ ਮੁਲਕ ਤੇ ਕਿਉਂ ਹੁਕੂਮਤ ਕਰ ਰਹੇ ਨੇ, ਅਸੀਂ ਕਿਉਂ ਲੜ ਰਹੇ ਹਾਂ ਜਾਂ ਕੀ ਗੱਲ ਹੈ। ਜੇ ਤੁਸੀਂ ਅੰਦਰ ਜਾ ਕੇ ਬਦਲ ਹੀ ਗਏ, ਤੁਹਾਡੀਆਂ ਬਾਹਰਲੀਆਂ ਗੱਲਾਂ ਉਲਟ ਹੋ ਗਈਆਂ, ਫਿਰ ਤੁਸੀਂ ਭਗਤ ਸਿੰਘ ਨਹੀਂ ਹੋ ਸਕਦੇ। ਡਾਕਟਰ ਸਾਹਿਬ, ਜੇ ਮੋਰਚੇ ਦੀਆਂ ਸਮੱਸਿਆਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਸ਼ੁਰੂ ਤੋਂ ਦੇਖੀਏ ਵੀ 26 ਵਾਲੀ ਘਟਨਾ ਵਾਪਰੀ, ਕਿਸ ਤਰੀਕੇ ਨਾਲ ਜਿਹੜੀ ਸਟੇਜ ਨੂੰ ਹਾਈਜੈਕ ਕਰਕੇ ਜਿਹੜਾ ਇੱਕ ਧਿਰ ਨੇ ਇਸ ਸੰਘਰਸ਼ ਨੂੰ ਦੀ ਜਿਹੜਾ ਸਟੀਅਰਿੰਗ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਵੀ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਆਈਆਂ ਨੇ, ਔਰ ਉਹਦੇ 'ਤੇ ਹੁਣ ਜਿਹੜੀ ਲੇਟੈਸਟ ਘਟਨਾ ਵਾਪਰੀ, ਤੁਹਾਨੂੰ ਪਤਾ ਕਿ ਕਤਲ ਹੋਇਆ ਸਿੰਘੂ ਬਾਰਡਰ ਦੇ ਉੱਤੇ, ਕਿਸ ਦਰਿੰਦਗੀ ਨਾਲ ਕਤਲ ਹੋਇਆ, ਉਹਦਾ ਹੱਥ ਵੱਢ ਕੇ, ਉਹਦੀ ਇੱਕ ਲੱਤ ਵੱਢ ਕੇ ਉਹਨੂੰ ਪੁਲਿਸ ਦੇ ਬੈਰੀਗੇਡ ਨਾਲ ਸਟੇਜ ਦੇ ਬਿਲਕੁਲ ਨੇੜੇ ਟੰਗਿਆ ਗਿਆ। ਇਹ ਸਾਰੀਆਂ ਘਟਨਾਵਾਂ 'ਚ ਇੱਕ ਚਰਚਾ ਜਿਹੜੀ ਚੱਲ ਰਹੀ ਹੈ ਕਿ ਜਿਹੜੀ ਮੋਦੀ ਸਰਕਾਰ ਆ ਉਹ ਸਿੱਧੇ ਤਰੀਕੇ ਨਾਲ ਤਾਂ ਇਸ ਸੰਘਰਸ਼ ਨੂੰ ਖਤਮ ਨਹੀਂ ਕਰ ਸਕੀ, ਉਹਦੀਆਂ ਏਜੰਸੀਆਂ ਸਿੱਧੇ ਤਰੀਕੇ ਨਾਲ ਇਸ ਸੰਘਰਸ਼ ਨੂੰ ਤਾਰੋ-ਪੀੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਤੁਸੀਂ ਕਿੱਦਾਂ ਦੇਖਦੇ ਹੋ ਵੀ ਇਹ ਜਿਹੜੀ ਗੱਲ ਆ, ਇਹ ਵਿਚਾਰ ਆ, ਇਸ ਵਿਚਾਰ ਦੇ ਵਿੱਚ ਕੋਈ ਸੱਚਾਈ ਹੈ, ਜਾਂ ਜਿਹੜੀਆਂ ਘਟਨਾਵਾਂ ਜੇ ਵਾਪਰ ਰਹੀਆਂ ਨੇ ਇਹ ਸੁਤੇ ਸਿੱਧ ਵਾਪਰ ਰਹੀਆਂ ਨੇ ਜਾਂ ਇਹ ਪਲੈਨਡ ਵਾਪਰ ਰਹੀਆਂ ਨੇ? ਨਹੀਂ, ਦੇਖੋ ਏਡਾ ਵੱਡਾ ਸੰਘਰਸ਼ ਹੋ ਰਿਹਾ ਹੋਵੇ, ਹਕੂਮਤ ਹਿੱਲੀ ਹੋਈ ਹੋਵੇ, ਜਿਹੜੀ ਕਿ ਹਕੂਮਤ ਸ਼ੋਰ ਨਾ ਕਰ ਰਹੀ ਹੋਵੇ, ਪਰ ਸਾਨੂੰ ਸਮਝ ਆਉਂਦਾ ਹੋਵੇ ਕਿ ਹਕੂਮਤ ਹਿੱਲੀ ਹੋਈ ਹੈ, ਹਕੂਮਤ ਥਿੜਕੀ ਹੋਈ ਹੈ, ਹਕੂਮਤ ਦਾ ਇਹ ਅੰਦਾਜ਼ਾ ਨਹੀਂ ਸੀ ਕਿ ਏਡੀ ਵੱਡੀ ਸੱਟ ਇਹ ਅੰਦੋਲਨ ਮਾਰ ਸਕਦਾ। ਸੋ ਉਹ ਜਿਹੜੀ ਤਕਲੀਫ ਹੈ, ਉਸ ਤਕਲੀਫ ਦੇ ਵਿੱਚ ਉਹ ਬਹੁਤ ਕੁਝ ਕਰ ਰਹੇ ਨੇ ਅਤੇ ਬਹੁਤ ਕੁਝ ਕਰਨਗੇ ਹਾਲੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਤਾਂ ਉਹ ਕਰਨਗੇ। ਇਹ ਤਾਂ ਖੇਡ ਹੈ ਨਾ, ਇਹ ਤਾਂ ਖੇਡ ਹੈ, ਤੁਹਾਡੇ ਓਪੋਨੈਂਟ ਨੇ ਤਾਂ ਖੇਡ ਖੇਡਣੀ ਹੈ ਨਾ, ਉਹਨਾਂ ਦੇ ਜਿੱਤਣ ਦੀ, ਗੋਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਤਾਂ ਮੈਂ ਦੇਖਣਾ ਕਿ ਮੇਰੇ ਜਿਹੜੇ 11 ਪਲੇਅਰ ਨੇ ਕਿ ਉਹ 11 ਦੇ 11 ਓਪੋਨੈਂਟ ਦੇ ਖਿਲਾਫ ਗੋਲ ਕਰਨ ਲਈ ਖੇਡ ਰਹੇ, ਜਾਂ ਮੇਰੇ ਅੰਦਰ ਵੀ 2-3 ਪਲੇਅਰ ਇਹੋ ਜਿਹੇ ਹੈਗੇ ਕਿ ਜਿਹੜੇ ਗੋਲ ਇੱਧਰ ਹੀ ਕਰਵਾਉਣਾ ਚਾਹੁੰਦੇ ਆ। ਆਪਾਂ ਨੂੰ ਅਲਰਟ ਉਹਦੇ ਲਈ ਹੋਣ ਦੀ ਲੋੜ ਹੈ, ਉਹਦੇ ਲਈ ਜ਼ਿਆਦਾ ਅਵੇਅਰ ਹੋਣ ਦੀ ਲੋੜ ਹੈ। ਦੁਸ਼ਮਣ ਤਾਂ ਤਾਕਤਵਰ ਹੈ, ਦੁਸ਼ਮਣ ਕੋਲ ਇੱਕ
ਤਾਂ ਇਹ ਹੈ ਕਿ ਉਹਦੇ ਕੋਲ ਉਹ ਮੈਜੋਰਟੀ ਹੈ ਜਿਹੜੀ ਉਹਨੇ ਮਤਲਬ ਡੈਮੋਕ੍ਰੈਟਿਕ ਵੇ ਨਾਲ ਇਤਿਹਾਸ ਵੀ ਆ ਉਹਦਾ ਪੋਲਰਾਈਜੇਸ਼ਨ ਕਰਨ ਦਾ ਹਿੰਦੁਸਤਾਨ 'ਚ। ਜਿਵੇਂ ਹੁਣ ਲਖੀਮਪੁਰ ਖੀਰੀ ਦੀ ਘਟਨਾ, ਉੱਥੇ ਤੇ ਵੀ ਤੁਸੀਂ ਦੇਖਿਆ ਹੋਊਗਾ ਵੀ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਹੀ ਦੱਸਿਆ ਸੀ ਵੀ ਇੱਥੇ ਹਿੰਦੂ ਵਰਸਸ ਸਿੱਖ ਪੋਲਰਾਈਜੇਸ਼ਨ ਹੋ ਰਹੀ ਹੈ। ਤੇ ਇਹ ਇੱਕ ਇਤਿਹਾਸ ਨੂੰ ਦੇਖਦੇ ਹੋਏ ਜੇ ਦੇਖੀਏ ਸਾਰੀਆਂ ਘਟਨਾਵਾਂ ਉਸ ਕੜੀ ਨਾਲ ਜੁੜਦੀਆਂ ਨੇ ਮਤਲਬ ਸੋ ਕਾਲਡ ਡੈਮੋਕ੍ਰੈਟਿਕ ਵੇ ਦੇ ਵਿੱਚ ਵੀ ਪਾਵਰ ਹੈ ਤੁਹਾਡੇ ਵਿਰੋਧੀ ਕੋਲ, ਔਰ ਪਾਵਰ ਵੀ ਛੋਟੀ ਜੀ ਨਹੀਂ, ਮੈਜੋਰਟੀ ਹੈ, ਸੁਪਰ ਮੈਜੋਰਟੀ ਹੈ ਨਾ। ਉਹ ਕੋਈ ਵੀ ਕਾਨੂੰਨ ਪਾਸ ਕਰ ਸਕਦਾ ਸੀਗਾ ਜਿਹੜਾ ਕਿ ਇਸ ਤੋਂ ਪਹਿਲਾਂ। ਹੁਣ ਉਹਨੂੰ ਪਹਿਲੀ ਵਾਰੀ ਉਹ ਰੋਕਿਆ ਨਾ, ਉਹਨੂੰ ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਫਿਰ ਹੱਥ ਰੋਕਿਆ ਹੈ ਨਾ, ਉਸ ਚੀਜ਼ ਦੀ ਉਹਨੂੰ ਤਕਲੀਫ ਹੈ। ਉਹਦੇ ਕੋਲ ਮੈਜੋਰਟੀ ਹੈ, ਪਾਵਰ ਹੈ, ਬਰੂਟਲ ਪਾਵਰ ਹੈ, ਹਥਿਆਰ ਹੈ, ਕਾਰਪੋਰੇਟਸ ਪਿੱਛੇ ਖੜ੍ਹੇ ਨੇ, ਪੈਸੇ ਦੀ ਕੋਈ ਕਮੀ ਨਹੀਂ ਹੈ, ਜਿੰਨਾ ਮਰਜ਼ੀ ਜਿਹਨੂੰ ਮਰਜ਼ੀ ਖਰੀਦਣਾ। ਤੁਸੀਂ ਮੂੰਹ 'ਚੋਂ ਬੋਲੋ ਕਿ ਤੁਹਾਡੀ ਕੀਮਤ ਕੀ ਹੈ, ਕਰੋੜ ਦੀ ਕੀਮਤ ਹੈ, ਤੁਹਾਡੀ ਅਰਬ ਦੀ ਕੀਮਤ ਹੈ, ਦੇ ਦਾਂਗੇ, ਕੋਈ ਗੱਲ ਨਹੀਂ, ਫਰਕ ਨਹੀਂ ਪੈਂਦਾ ਹੈ ਨਾ। ਬਹੁਤ ਸਾਰਾ ਮਨੀ ਪਿਆ ਉਹਦੇ ਵਿੱਚ ਹੈ ਨਾ, ਐਡੀ ਸਾਰੀ ਹੈ। ਸੋ ਅਸੀਂ ਉਸ ਇੱਕ ਵੱਡੇ ਦੁਸ਼ਮਣ ਨਾਲ ਯੂਨਾਈਟ ਹੋ ਕੇ ਤਾਂ ਲੜ ਸਕਦੇ ਹਾਂ। ਜੇ ਅਸੀਂ ਯੂਨਾਈਟ ਨਹੀਂ ਹੈ, ਜੇ ਅਸੀਂ ਆਪਸ ਦੇ ਵਿੱਚ ਹੀ ਅਸੀਂ ਟੁੱਟੇ ਹੋਏ ਹਾਂ, ਔਰ ਅਸੀਂ ਟੁੱਟਦੇ ਹਾਂ, ਅਸੀਂ ਬੜੀ ਛੇਤੀ ਥਿੜਕ ਜਾਂਦੇ ਹਾਂ। ਅਸੀਂ ਇਹ ਨਹੀਂ ਸਮਝਦੇ ਇਸ ਵੇਲੇ ਜੇ ਹਕੂਮਤ ਆਹ ਚਾਲ ਚੱਲ ਰਹੀ ਹੈ ਅਤੇ ਅਸੀਂ ਉਸ ਚਾਲ ਦੇ ਵਿੱਚ ਵਹਿ ਜਾਣਾ ਕਿ ਪਹਿਲਾਂ ਬੈਠ ਕੇ ਸੋਚਣਾ ਵੀ ਯਾਰ ਇਸ ਚੀਜ਼ 'ਤੇ ਸਾਨੂੰ ਭੜਕਾਇਆ ਜਾ ਰਿਹਾ ਕਿ ਕੀ ਇਹ ਸੱਚੀ ਮੁੱਚੀ ਜੇ ਅਸੀਂ ਭੜਕ ਗਏ ਤਾਂ ਕੋਈ ਸਾਨੂੰ ਫਾਇਦਾ ਹੋਣਾ ਕਿ ਹਕੂਮਤ ਨੂੰ ਫਾਇਦਾ ਹੋ ਜਾਣਾ ਹੈ ਨਾ। ਹਕੂਮਤ ਤਾਂ ਕਰੂਗੀ। ਹਕੂਮਤ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਿਹੜਾ ਧਾਰਮਿਕ ਜਜ਼ਬਾਤ ਨੇ ਸਾਡੇ ਉਹ ਵਲਨਰੇਬਲ ਨੇ, ਠੀਕ ਹੈ ਨਾ। ਉਹ ਕੋਈ ਬਹੁਤ ਜ਼ਿਆਦਾ ਫਿਕਸ ਨਹੀਂ ਹੁੰਦੇ, ਉਹ ਪਤਾ ਨਹੀਂ ਲੱਗਦਾ ਕਿਹੜੀ ਗੱਲ 'ਤੇ ਭੜਕ ਜਾਣੇ, ਕਿਹੜੀ ਗੱਲ 'ਤੇ ਅਸੀਂ ਸ਼ਾਂਤ ਰਹਿ ਜਾਣਾ। ਧਾਰਮਿਕ ਜਜ਼ਬਾਤ ਇੱਦਾਂ ਦੇ ਹੈ ਨਾ, ਬਹੁਤ ਵਲਨਰੇਬਲ ਹੁੰਦੇ। ਉਹ ਉਹਦੇ 'ਤੇ ਉਂਗਲ ਰੱਖਣਾ ਚਾਹੁੰਦਾ, ਹਮੇਸ਼ਾ ਉਹਦੇ 'ਤੇ ਉਂਗਲ ਰੱਖਣਾ ਚਾਹੁੰਦਾ। ਤੁਸੀਂ ਇਹ ਦੇਖ ਲਓ ਕਿ ਜਦੋਂ 2015 'ਚ ਬੇਅਦਬੀ ਦੀ ਘਟਨਾਵਾਂ ਹੁੰਦੀਆਂ, ਉਦੋਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਔਰ ਸਿਖਰ 'ਤੇ ਸੀ। ਉਦੋਂ ਵੀ ਇੱਕ ਪੀਕ ਆਈ ਹੋਈ ਸੀ। ਐਂ ਲੱਗਦਾ ਸੀ ਕਿ ਹੁਣ ਕੁਛ ਨਾ ਕੁਛ ਇਹਦੇ ਵਿੱਚ ਹੋਏਗਾ, ਬਟ ਹਕੂਮਤ ਨੇ, ਪੰਜਾਬ ਦੀ ਹਕੂਮਤ ਨੇ ਬੇਅਦਬੀ ਦੀਆਂ ਚਾਲਾਂ ਚੱਲੀਆਂ, ਸਾਰਾ ਕੁਛ ਚੱਲਿਆ, ਮੋੜਤਾ ਸਾਰਾ ਜਿਹੜਾ ਅੰਦੋਲਨ ਸੀ, ਜਿਹੜਾ ਆਰਥਿਕ ਅੰਦੋਲਨ ਸੀ, ਉਹਨੂੰ ਘੁਮਾ ਕੇ ਸਾਡੇ ਧਾਰਮਿਕ ਜਜ਼ਬਾਤ ਭੜਕਾ ਕੇ ਸਾਨੂੰ ਉਸ ਪਾਸੇ ਲਾ ਲਿਆ। ਅਤੇ ਨੈਚੁਰਲੀ ਜਿਨ੍ਹਾਂ ਦੀ ਜੀਵਨ ਜਾਂਚ ਵਿੱਚ ਧਰਮ ਪਿਆ ਹੈ, ਜਿਨ੍ਹਾਂ ਦੇ ਅੰਦਰ ਉਹ ਜਜ਼ਬਾਤ ਹੈਗੇ ਨੇ, ਅਤੇ ਉਹਨਾਂ ਨੇ ਭੜਕਣਾ ਹੀ ਸੀਗਾ ਹੈ ਨਾ। ਹੁਣ ਉਹ ਚਲਦੇ ਜਦੋਂ 2021 ਤੱਕ ਆ ਗਏ, ਸਾਨੂੰ ਇਹ ਤਾਂ ਪਤਾ ਹੈ ਕਿ ਸਾਨੂੰ ਕਾਨੂੰਨ ਨੇ ਇਨਸਾਫ ਨਹੀਂ ਦੇਣਾ, ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ। ਪਰ ਸਾਨੂੰ ਇਹ ਪਤਾ ਹੈ ਕਿ ਜਦੋਂ ਅਸੀਂ ਜਿਹੜੀ ਉਹਨਾਂ ਦੀ ਚਾਲ ਹੈ ਉਸੇ ਵਿੱਚ ਫਸ ਕੇ ਉਹੋ ਜਿਹੇ ਸਟੈਪ ਚੁੱਕ ਲਾਂਗੇ ਜਿਹੋ ਜਿਹਾ ਉਹ ਚਾਹੁੰਦੇ ਨੇ, ਅਤੇ ਸਾਡਾ ਨੁਕਸਾਨ ਕੀ ਹੋਣਾ ਕਿ ਸਾਨੂੰ ਇਸ ਚੀਜ਼ ਦਾ ਪਤਾ ਹੈ। ਜੇ ਸਾਨੂੰ ਨਹੀਂ ਪਤਾ ਫਿਰ ਅਸੀਂ ਮੂਰਖ ਸਿਪਾਹੀ ਹਾਂ, ਫਿਰ ਅਸੀਂ ਸਿਆਣੇ ਸਿਪਾਹੀ ਨਹੀਂ ਹਾਂ। ਅਤੇ ਇਹ ਮੂਰਖ ਸਿਪਾਹੀਆਂ ਦਾ ਯੁੱਧ ਲੜਨ ਦਾ ਸਮਾਂ ਨਹੀਂ ਹੈ, ਕਦੇ ਵੀ ਨਹੀਂ ਸੀ, ਪਰ ਹੁਣ ਤਾਂ ਜਮਾ ਹੀ ਨਹੀਂ ਹੈਗਾ। ਤੁਹਾਡਾ ਦੁਸ਼ਮਣ ਬਹੁਤ ਸ਼ਾਤਰ ਹੈ, ਤੁਸੀਂ ਮੂਰਖ ਸਿਪਾਹੀਆਂ ਦੀ ਤਰ੍ਹਾਂ ਨਹੀਂ ਲੜ ਸਕਦੇ ਕਿ ਆ ਗਿਆ ਮੈਂ ਕਿਰਪਾਨ ਨਾਲ ਆਹ ਕਰਤਾ ਨਾ। ਤੁਹਾਨੂੰ ਵੀ ਇੱਕ ਪਲੈਨਡ ਵੇ ਦੇ ਵਿੱਚ ਤੁਹਾਨੂੰ ਕਰਨਾ ਪਊਗਾ ਨਾ ਕੁਛ। ਔਰ ਤੁਸੀਂ ਮੈਂ ਬਹੁਤ ਪਰੇਸ਼ਾਨ ਹੈ ਪਰਸੋਂ ਦੀ ਇਹ ਜਿਹੜੀ ਘਟਨਾ ਵਾਪਰੀ ਹੈ ਕਿ ਇੱਕ ਪੰਜਾਬ ਦੀ ਇੱਕ ਉਹ ਧਿਰ ਆਇਆ ਸੀ ਜਿਹਦਾ ਇਤਿਹਾਸ ਇਹ ਰਿਹਾ ਕਿ ਉਹ ਵੱਡੀ ਫੌਜ ਗੁਰੂ ਸਾਹਿਬ ਨੇ ਜਿਹੜੀ ਬਣਾਈ ਫੌਜ, ਉਹਦੀ ਉਸ ਵੇਲੇ ਭੂਮਿਕਾ ਬਹੁਤ ਕਮਾਲ ਦੀ ਭੂਮਿਕਾ ਸੀ। ਔਰ ਮੇਰਾ ਤਾਂ ਬਚਪਨ ਨਿਹੰਗਾਂ 'ਚ ਗੁਜ਼ਰਿਆ। ਮੈਂ ਤਾਂ ਇਹ ਬਾਬਾ ਬਿਸ਼ਨ ਸਿੰਘ ਬੁੱਢਾ ਦਲ ਵਾਲੇ, ਜਥੇਦਾਰ ਨਿਹਾਲ ਸਿੰਘ ਤਰਨਾ ਦਲ ਵਾਲੇ, ਇਹ ਸਾਡੇ ਗੁਰਦੁਆਰਾ ਸਾਡੇ ਪਿੰਡ ਦੇ ਵਿੱਚ ਬਾਬਾ ਪ੍ਰਮਾਣ ਸਿੰਘ ਜੀ, ਉਹਦੇ ਪੁੱਤਰ ਗਾਹਾਂ ਬਾਬਾ ਨਿਰਮਲ ਸਿੰਘ ਜੀ, ਮੁਲਾਇਮ ਰੇਸ਼ਮੀ ਦਾੜੀਆਂ, ਅਸੀਂ ਛੋਟੇ ਸਾਨੂੰ ਐਂ ਲੱਗਦਾ ਯਾਰ ਬਾਬੇ ਨੇ। ਸਾਨੂੰ ਬਹੁਤ ਅੱਛਾ ਲੱਗਦਾ ਹੁੰਦਾ ਸੀ। ਅਸੀਂ ਜਦ ਕਿਤੇ ਇਹਨਾਂ ਦੀ ਹਿੱਕ ਨਾਲ ਲੱਗਣਾ ਸਾਨੂੰ ਬੜਾ ਸਕੂਨ ਮਿਲਦਾ ਹੁੰਦਾ ਸੀ। ਸਾਨੂੰ ਇਹ ਹੁੰਦੇ ਵੀ ਇਹ ਧਰਮੀ ਪੁਰਸ਼ ਨੇ, ਔਰ ਹੈਗੇ ਸੀ ਹੈ ਨਾ। ਸੰਤ ਬਾਬਾ ਪ੍ਰਮਾਣ ਸਿੰਘ ਹੋਰੀ, ਅਸੀਂ ਅੱਜ ਤੱਕ ਉਹਨਾਂ ਦੀ ਇੱਜ਼ਤ ਕਰਦੇ ਹਾਂ ਕਿ ਉਹ ਕਿੰਨੇ ਪਵਿੱਤਰ ਅਤੇ ਕਿੰਨੇ ਉਹ ਮਿੱਠੇ ਬੋਲਣ ਵਾਲੇ, ਕਿੰਨਾ ਤੁਹਾਨੂੰ ਸਿਖਾਉਣ ਵਾਲੇ ਸੀਗੇ ਹੈ ਨਾ। ਗੁਰਬਾਣੀ 'ਚੋਂ ਵੀ ਤੁਹਾਨੂੰ ਵਿਆਖਿਆ ਕਰਕੇ ਸਿਖਾਉਣ ਵਾਲੇ, ਤੁਹਾਨੂੰ ਗਲਵੱਕੜੀ 'ਚ ਲੈ ਕੇ ਇੱਕ ਬਜ਼ੁਰਗਾਂ ਦੀ ਤਰ੍ਹਾਂ ਪਿਆਰ ਕਰਨ ਵਾਲੇ, ਜਾਂ ਜਿੱਥੇ ਕੋਈ ਲੜਾਈ ਝਗੜਾ ਹੋਣਾ ਉੱਥੇ ਖੜ੍ਹਨ ਵਾਲੇ, ਉਸ ਤਰ੍ਹਾਂ ਦੇ ਹੋ ਗਏ ਸੀ। ਲੇਕਿਨ ਅੱਜ ਅਸੀਂ ਕਿੱਥੇ ਪਹੁੰਚ ਗਏ ਹਾਂ। ਅੱਜ ਇਸ ਘਟਨਾ ਦੇ ਵਿੱਚ ਤੁਸੀਂ ਦੇਖੋ, ਜੇ ਤੁਸੀਂ ਇੱਕ ਛੋਟੀ ਜਿਹੀ ਗੱਲ ਹੀ ਦੇਖੋ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਤਕਲੀਫ ਦੇ ਰਹੀ ਹੈ ਕਿ ਜਿਹੜਾ ਬੰਦਾ ਮਰਿਆ ਉਹ ਵੀ ਸੰਪੂਰਨ ਸਿੱਖ ਨਹੀਂ ਹੈ, ਕਛਹਿਰਾ ਪਾਇਆ ਹੋਇਆ, ਸਿਰੋਂ ਮੋਨਾ ਹੈ, ਲੇਕਿਨ ਜਦੋਂ ਉਹਨੂੰ ਟੰਗਿਆ ਹੋਇਆ ਪੁੱਠਾ, ਇਹ ਜਿਨ੍ਹਾਂ ਨੇ ਮਾਰਿਆ ਉਹਨਾਂ ਦੀ ਆਪਣੀ ਵਰਡਿੰਗ ਹੈ ਕਿ ਉਹ ਮੂਲ ਮੰਤਰ ਦਾ ਪਾਠ ਕਰ ਰਿਹਾ ਸੀ ਉਸ ਵੇਲੇ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਜੁੜਿਆ ਹੋਇਆ ਸੀ ਇਹਨਾਂ ਨਾਲ। ਔਰ ਇਹ ਵੀ ਸੱਚ ਹੈ ਜੋ ਪਿੰਡ ਵਾਲਿਆਂ ਵੱਲੋਂ ਪਤਾ ਲੱਗਿਆ ਕਿ ਉਹ ਨਿਹੰਗਾਂ ਦੇ ਕੈਂਪ ਦੇ ਵਿੱਚ ਹੀ ਸੀਗਾ ਹੈ ਨਾ, ਉੱਥੇ ਸੀਗਾ। ਫਿਰ ਮਾਰਨ ਦੀ ਜ਼ਿੰਮੇਵਾਰੀ ਜਿਹੜੀ ਸਭ ਤੋਂ ਅੱਗੇ ਹੋ ਕੇ ਸਿੰਘ ਲੈਂਦਾ ਹੈ, ਉਹ ਜਦੋਂ ਤਾਰ ਫਸ ਜਾਂਦੀ ਉਹਦੇ ਸਿਰ ਦੇ ਵਿੱਚ, ਉਹਦੀ ਦਸਤਾਰ ਲੈ ਜਾਂਦੀ ਹੈ ਅਤੇ ਥੱਲਿਓਂ ਜੋ ਨਿਕਲਦਾ ਉਹ ਜਟੂਰੀਆਂ ਨਿਕਲਦੀਆਂ ਤੁਹਾਡੀਆਂ ਕੱਟੀਆਂ ਹੋਈਆਂ। ਉੱਥੋਂ ਤੱਕ ਵੀ ਮੈਂ ਸਹਿ ਲਵਾਂ
ਵੀ ਮੈਂ ਮੰਨ ਸਕਦਾ ਵੀ ਠੀਕ ਹੈ ਮੋਨਾ ਸੀ ਹੈ ਨਾ 7-8 ਮਹੀਨੇ ਥੋੜ੍ਹਾ ਪਹਿਲਾਂ time ਹੋਇਆ ਹੋਣਾ ਥੋੜ੍ਹਾ ਉਹਨੂੰ ਟਾਈਮ ਕਿਤੇ ਹੋਇਆ, ਨੂੰ। ਮੰਨ ਲਵਾਂ ਵੀ ਉਹਦਾ ਜਿਹੜਾ ਸਿਰ ਦਾ ਨੰਗ ਸੀ ਉਹ ਕਿਤੇ ਜ਼ਾਹਰ ਹੋ ਗਿਆ, ਲੇਕਿਨ ਜਿਹੜਾ ਉਹਦਾ ਜ਼ਬਾਨ ਦਾ ਨੰਗ ਸਾਹਮਣੇ ਆਇਆ ਮੈਨੂੰ ਉਹ ਤਕਲੀਫ ਦੇ ਰਿਹਾ। ਜੋ ਉਹਨੇ ਸ਼ਬਦ ਬੋਲੇ ਆਪਣੇ ਮੂੰਹ ਤੋਂ, ਜੋ ਮਾਂ ਭੈਣ ਦੀ ਉਹਨੇ ਗਾਲਾਂ ਕੱਢੀਆਂ ਉੱਥੇ। ਜੇ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਤਾਂ ਬੇਅਦਬੀ ਦਾ ਉਲਟ ਲਫ਼ਜ਼ ਕੀ ਹੈ? ਅਦਬ। ਅਦਬ ਤੁਹਾਡੇ ਕੋਲ ਹੈਗਾ? ਤੁਸੀਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰੋ, ਤੁਹਾਡੇ ਕੋਲ ਅਦਬ ਹੈਗਾ? ਜਿਸ ਗੁਰੂ ਦੇ ਸ਼ਬਦ ਦੀ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ, ਕੀ ਉਸ ਗੁਰੂ ਦਾ ਸ਼ਬਦ ਤੁਹਾਡੇ ਅੰਦਰ ਹੈਗਾ ਹੈ? ਜੇ ਤੁਹਾਡੇ ਅੰਦਰ ਸ਼ਬਦ ਉਹ ਹੋਵੇ ਜੋ ਬਾਬੇ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਹੈ, ਉਸ ਸ਼ਬਦ ਦੀ ਸੁੱਚਤਾ ਤੁਹਾਡੇ ਅੰਦਰ ਹੋਵੇ, ਉਹਦਾ ਸੱਚ ਤੁਹਾਡੇ ਅੰਦਰ ਹੋਵੇ, ਤੁਸੀਂ ਕਿਸੇ ਵੀ ਹਾਲਤ ਵਿੱਚ ਹੋਵੋ ਤੁਹਾਡੇ ਮੂੰਹ ਤੋਂ ਗੰਦੀ ਗੱਲ ਨਹੀਂ ਨਿਕਲ ਸਕਦੀ। ਜੇ ਤੁਸੀਂ ਸੱਚੀ ਮੁੱਚੀ ਉਸ ਸ਼ਬਦ ਨਾਲ ਜੁੜੇ ਹੋਏ ਹੋ, ਤੁਸੀਂ ਉਸ ਤਰ੍ਹਾਂ ਦੀ ਰੂਹ ਬਣ ਗਏ ਹੋ ਤਾਂ ਤੁਸੀਂ ਇੱਕ ਮਾੜੀ ਜਿਹੀ ਤਕਲੀਫ ਦੇ ਵਿੱਚ ਤੁਹਾਡੇ ਮੂੰਹ 'ਚੋਂ ਉਹ ਗਾਲਾਂ ਆ ਗਈਆਂ ਜਿਹੜੀਆਂ ਗਾਲਾਂ ਕਿ ਬਹੁਤ ਹੀ ਨੀਚੇ ਲੈਵਲ ਦਾ ਬੰਦਾ ਕੱਢਦਾ ਹੁੰਦਾ। ਇਹਦਾ ਮਤਲਬ ਤੁਹਾਨੂੰ ਕਿਤੇ ਸੋਚਣ ਦੀ ਲੋੜ ਹੈ ਕਿ ਤੁਸੀਂ ਜਿਹੜੀ ਬੇਅਦਬੀ ਦੀ ਗੱਲ ਕਰ ਰਹੇ ਹੋ ਉਹ ਬੇਅਦਬੀ ਤਾਂ ਤੁਸੀਂ ਹਰ ਕਦਮ 'ਤੇ ਖੁਦ ਵੀ ਕਰ ਰਹੇ ਹੋ, ਤੁਸੀਂ ਕਰ ਰਹੇ ਹੋ। ਜਿਹੜੀ ਬੇਅਦਬੀ ਗੁਰੂ ਸਾਹਿਬ ਦੀ ਹੋਈ ਹੈ ਉਹਦੀ ਤਕਲੀਫ ਬਤੌਰ ਸਾਹਿਬ ਸਿੰਘ ਮੈਨੂੰ ਹੈਗੀ ਹੈ, ਮੈਂ ਬਤੌਰ ਇੱਕ ਪੰਜਾਬੀ ਹੈਗੀ, ਇੱਕ ਬਤੌਰ ਸਿੱਖ ਪਰਿਵਾਰ ਦੇ ਬੱਚਾ ਹੋਣ ਦੇ ਨਾਤੇ ਮੈਨੂੰ ਤਕਲੀਫ ਹੈ ਕਿ ਕਿਉਂ ਇੱਦਾਂ ਬੇਅਦਬੀ ਹੋਈ। ਲੇਕਿਨ ਮੈਂ ਜਦੋਂ ਸਵਾਲ ਕਰਾਂਗਾ ਤੇ ਮੈਂ ਇਕੱਲਾ ਬਾਦਲਕਿਆਂ 'ਤੇ ਸਵਾਲ ਨਹੀਂ ਕਰੂੰਗਾ, ਮੈਂ ਇਕੱਲਾ ਸੈਣੀ ਹੋਰਾਂ 'ਤੇ ਨਹੀਂ ਕਰੂੰਗਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਮੈਂ ਆਪਣੇ 'ਤੇ ਵੀ ਸਵਾਲ ਕਰੂੰਗਾ, ਮੈਂ ਆਪਣੇ ਆਪ 'ਤੇ ਵੀ ਸਵਾਲ ਕਰੂੰਗਾ ਕਿ ਬੇਅਦਬੀ ਦੀ ਗੱਲ ਕਰਨ ਦਾ ਮੈਨੂੰ ਹੱਕ ਕਿੱਦਣ ਆਣਾ? ਉਦਣ ਆਣਾ ਜਿੱਦਣ ਮੇਰੇ ਕੋਲ ਅਦਬ ਹੈਗਾ, ਜਿੱਦਣ ਮੈਂ ਅਦਬ ਦੀ ਪਹਿਰੇਦਾਰੀ ਕਰ ਰਿਹਾ। ਜਦ ਤੱਕ ਅਸੀਂ ਅਦਬ ਦੀ ਪਹਿਰੇਦਾਰੀ ਨਹੀਂ ਕਰ ਰਹੇ, ਸਾਡੇ ਕੋਲ ਹੈ ਨਹੀਂ। ਮੈਨੂੰ ਯਾਦ ਹੈ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ, ਜਦੋਂ ਪਿੰਡ 'ਚ ਫਲਾਣੇ ਬੰਦੇ ਨੇ ਅੰਮ੍ਰਿਤ ਛਕ ਲਿਆ, ਸਾਡੇ ਦਿਲ 'ਚ ਰਿਸਪੈਕਟ ਵੱਧ ਜਾਂਦੀ ਸੀ, ਸਾਡੇ ਦਿਲ 'ਚ ਸਾਨੂੰ ਐਂ ਇੱਕਦਮ ਲੱਗਦਾ ਹੁੰਦਾ ਸੀ ਇਹ ਬੰਦਾ ਯਾਰ ਇਹ ਟਰਾਂਸਫਾਰਮ ਹੋ ਗਿਆ, ਇਹ ਹੁਣ ਉਹ ਨਹੀਂ ਰਿਹਾ, ਆਮ ਨਹੀਂ ਰਿਹਾ, ਹੈ ਨਾ। ਅਤੇ ਲੇਕਿਨ ਜਦੋਂ ਅਸੀਂ ਫਿਰ ਉਹਦੇ ਮੂੰਹੋਂ ਉੱਦਾਂ ਦੀਆਂ ਹੀ ਗੱਲਾਂ ਸੁਣਨੀਆਂ, ਉੱਦਾਂ ਦੇ ਧੋਖੇ ਕਰਦਾ ਉਹਨੂੰ ਕਿਤੇ ਦੇਖਣਾ ਵੀ ਉਹ ਕਿਸੇ ਫਲਾਣੇ ਡੀਲ ਦੇ ਵਿੱਚ 100 ਰੁਪਏ ਦਾ ਧੋਖਾ ਕਰ ਗਿਆ, ਉਹਨੇ ਮੱਝ ਵੇਚੀ ਉੱਥੇ 150 ਰੁਪਏ ਵਿੱਚੋਂ ਕਮਿਸ਼ਨ ਖਾ ਗਿਆ, ਫਿਰ ਸਾਨੂੰ ਲੱਗਦਾ ਯਾਰ ਬਦਲਿਆ ਤਾਂ ਕੁਛ ਵੀ ਨਹੀਂ। ਸੋ ਬਦਲਾਓ ਜ਼ਰੂਰੀ ਹੈ। ਤੁਸੀਂ ਕਿਸੇ ਵਿਚਾਰਧਾਰਾ ਨਾਲ ਜੁੜੋ, ਚਾਹੇ ਤੁਸੀਂ ਸਿੱਖੀ ਵਿਚਾਰਧਾਰਾ ਨਾਲ ਜੁੜੋ, ਚਾਹੇ ਤੁਸੀਂ ਕਮਿਊਨਿਸਟ ਵਿਚਾਰਧਾਰਾ ਨਾਲ ਜੁੜੋ, ਤੁਸੀਂ ਕਾਮਰੇਡ ਬਣੋ, ਤੁਸੀਂ ਕੁਛ ਵੀ ਬਣੋ, ਜੇ ਤੁਹਾਡੇ ਅੰਦਰ ਤਬਦੀਲੀ ਨਹੀਂ ਆਈ, ਜਿਹੜੀ ਉਹ ਵਿਚਾਰਧਾਰਾ ਹੈ ਜੇ ਤੁਹਾਡੇ ਅੰਦਰ ਨਹੀਂ ਗਈ, ਤੁਹਾਡੇ ਵਰਤਾਓ 'ਚ ਨਜ਼ਰ ਨਹੀਂ ਆਉਂਦੀ। ਦੇਖੋ ਗੁਰਬਾਣੀ, ਗੁਰੂ ਸਾਹਿਬ ਤਾਂ ਸਾਨੂੰ ਇਹ ਕਹਿੰਦੇ ਨਾ ਕਿ ਜਿਹੜੀ ਗੁਰਬਾਣੀ ਹੈ ਇਹ ਤੁਹਾਨੂੰ ਜੀਵਨ ਜਾਂਚ ਸਿਖਾਉਂਦੀ ਹੈ। ਜੇ ਮੈਂ ਜੀਵਨ ਜਾਂਚ ਹੀ ਨਹੀਂ ਸਿੱਖੀ, ਫਿਰ ਮੈਂ ਬੇਅਦਬੀ ਰੋਕ ਕੇ ਕੀ ਕਰ ਲਾਂਗਾ? ਫਿਰ ਮੈਂ 4 ਬੰਦੇ ਹੋਰ ਮਾਰ ਦਾਂਗਾ, ਐਂਡ 'ਚ ਕਰਾਂਗਾ ਕੀ? ਮੈਂ ਐਗਜ਼ਾਮਪਲ ਕੀ ਕ੍ਰੀਏਟ ਕਰ ਰਿਹਾ? ਮੇਰੀ ਸਮਾਜ ਰਿਸਪੈਕਟ ਕਿਉਂ ਕਰੇ? ਮੇਰੀ ਸਮਾਜ ਰਿਸਪੈਕਟ ਮੈਨੂੰ ਅਲੱਗ ਕਿਉਂ ਸਮਝੇ? ਲੋਕੀ ਇੱਦਾਂ ਕਿੱਦਾਂ ਸਮਝਣ ਵੀ ਯਾਰ ਇਹ ਨਿਹੰਗ ਨੇ, ਇਹ ਅਲੱਗ ਨੇ, ਇਹਨਾਂ ਦੀ ਜੀਵਨ ਜਾਂਚ ਅਲੱਗ ਨੇ, ਇਹ ਆਈਡਲ ਨੇ, ਕੋਈ ਆਦਰਸ਼ ਨੇ, ਕੋਈ ਇਹ ਮਜ਼ਲੂਮ ਦੇ ਹੱਕ 'ਚ ਖੜ ਜਾਂਦੇ ਨੇ, ਇਹ ਜ਼ਾਲਮ ਦੇ ਖਿਲਾਫ ਲੜਦੇ ਨੇ, ਇਹਨਾਂ ਕੋਲ ਸ਼ਬਦ ਗੁਰੂ ਦਾ ਸੱਚ ਹੈ, ਇਹਨਾਂ ਕੋਲ ਸ਼ਬਦ ਗੁਰੂ ਦੀ ਤਾਕਤ ਹੈ, ਇਹਨਾਂ ਕੋਲ ਇੱਕ ਤਹਿਜ਼ੀਬ ਹੈ, ਅਦਬ ਹੈ। ਇਸ ਕਰਕੇ ਇਹ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ, ਇਸ ਕਰਕੇ ਇਹ ਬੰਦਾ ਵੀ ਮਾਰ ਸਕਦੇ ਆ, ਕਿਉਂਕਿ ਇਹਨਾਂ ਨੂੰ ਬੇਅਦਬੀ ਬਰਦਾਸ਼ਤ ਨਹੀਂ, ਬੇਅਦਬੀ ਇਹਨਾਂ ਦੇ ਸਿਲੇਬਸ 'ਚ ਨਹੀਂ ਹੈ। ਬੇਅਦਬੀ ਤਾਂ ਤੁਹਾਡੇ ਸਿਲੇਬਸ 'ਚ ਆਪਣੇ 'ਚ ਪਈ ਹੋਈ, ਤੁਹਾਡੀ ਜ਼ੁਬਾਨ 'ਚ, ਤੁਹਾਡੀ ਜ਼ੁਬਾਨ 'ਚ। ਜਿਸ ਔਰਤ ਬਾਰੇ ਬਾਬਾ ਨਾਨਕ ਜੀ ਨੇ ਕਿਹਾ ਸੋ ਕਿ ਉਹ ਮੰਦਾ, ਤੁਸੀਂ ਗਾਲਾਂ ਕੱਢਦੇ ਹੋ, ਤੁਸੀਂ ਉਹ ਮਾਂ ਭੈਣਾਂ ਦੀ ਗਾਲਾਂ, ਤੁਹਾਡੇ ਅੰਦਰ ਤਾਂ ਸ਼ਾਂਤੀ ਤਾਂ ਤੁਹਾਡੇ ਅੰਦਰ ਆਈ ਨਹੀਂ, ਹੈ ਨਾ। ਸੋ ਇਹ ਕਿੰਨੇ ਸਾਰੇ ਸਵਾਲ ਨੇ ਜਿਹੜੇ ਕੋਈ ਸਹੀ ਮੈਸੇਜ ਨਹੀਂ ਦੇ ਰਹੇ ਸਮਾਜ ਨੂੰ, ਔਰ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਇੱਦਾਂ ਦੇ ਤਾਂ ਨਹੀਂ ਹੋ ਗਏ ਕਿ ਅਸੀਂ ਜੋ ਵੀ ਪੁਆਇੰਟ ਆਫ ਵਿਊ ਅਸੀਂ ਕ੍ਰੀਏਟ ਕਰੀਏ ਆਪਣੀ ਸੌਖ ਲਈ ਕ੍ਰੀਏਟ ਕਰ ਲਈਏ ਕਿ ਇਹਦੇ 'ਚ ਮੈਂ ਸੌਖਾ ਰਹਿਣਾ, ਮੈਂ ਉਨੇ ਕੁ ਵਿਚਾਰ ਦੇਣੇ ਜਿੰਨੇ 'ਚ ਮੈਂ ਸੌਖਾ ਰਹਿਣਾ। ਨਹੀਂ, ਮੈਂ ਕਹਿੰਦਾ ਮੈਨੂੰ ਮੇਰੇ ਅੰਦਰ ਜੋ ਸੱਚ ਹੈ, ਜੋ ਮੇਰਾ ਸੱਚ ਹੈ, ਸੱਚ ਕਦੇ ਵੀ ਐਬਸੋਲੂਟ ਸੱਚ ਨਹੀਂ ਹੁੰਦਾ, ਸੱਚ ਇੱਕ ਰਿਲੇਟਿਵ ਟਰਮ ਹੈ। ਜੋ ਮੇਰਾ ਸੱਚ ਹੈ ਉਹ ਜ਼ਰੂਰੀ ਨਹੀਂ ਤੁਹਾਡਾ ਸੱਚ ਹੋਵੇ, ਸੱਚ ਮੁਕੰਮਲ ਸੱਚ ਤਾਂ ਹੈ ਹੀ ਨਹੀਂ ਦੁਨੀਆ 'ਤੇ, ਜੋ ਕਹੀ ਨਾ ਵੀ ਐਬਸੋਲੂਟ ਟਰੂ, ਉਹ ਤਾਂ ਟਰੂਥ ਤਾਂ ਹੁੰਦਾ ਹੀ ਨਹੀਂ, ਹੈ ਨਾ। ਅਤੇ ਜਦੋਂ ਤੁਹਾਡਾ ਜਿੰਨਾ ਸੱਚ ਹੈ, ਜੇ ਤੁਸੀਂ ਉਸ ਸੱਚ 'ਤੇ ਖੜੇ ਹੋ ਕੇ ਪਹਿਰਾ ਦੇ ਕੇ ਤੁਸੀਂ ਇੱਦਾਂ ਗੱਲ ਕਰੋ ਕਿ ਯਾਰ ਇਸ ਵਾਸਤੇ ਭਾਵੇਂ ਮੈਨੂੰ ਫਾਂਸੀ ਲਾ ਦਿਓ ਕੋਈ, ਤੁਸੀਂ ਭਾਵੇਂ ਮੇਰੇ ਨਾਲ ਬਹਿਸ ਕਰ ਲਓ, ਭਾਵੇਂ ਮੈਨੂੰ ਗਾਲਾਂ ਕੱਢ ਲਓ, ਲੇਕਿਨ ਮੈਂ ਇਸੇ ਸੱਚ 'ਤੇ ਅੜੂੰਗਾ ਕਿਉਂਕਿ ਇਹ ਮੇਰਾ ਸੱਚ ਕਮਾਇਆ ਹੋਇਆ ਸੱਚ ਹੈ। ਮੈਂ ਜ਼ਿੰਦਗੀ ਦਾ ਜਿੰਨਾ ਮੇਰਾ ਤਜਰਬਾ ਉਹਦੇ 'ਚੋਂ ਜੋ ਮੈਂ ਪੜ੍ਹਿਆ ਗੁੜਿਆ, ਜੋ ਮੈਂ ਸਮਾਜ 'ਚ ਵਿਚਰਿਆ, ਮੇਰਾ ਸੱਚ ਆ ਹੈ, ਉਹਦੇ 'ਤੇ ਮੈਂ ਪਹਿਰਾ ਦਊਂਗਾ। ਜਦ ਤੱਕ ਮੈਨੂੰ ਸਾਹਮਣੇ ਵਾਲਾ ਇਹ ਕਨਵਿੰਸ ਨਹੀਂ ਕਰ ਦਿੰਦਾ ਕਿ ਤੇਰਾ ਸੱਚ ਝੂਠਾ ਹੈ, ਉਦੋਂ ਤੱਕ ਮੈਂ ਉਸ ਸੱਚ 'ਤੇ ਪਹਿਰਾ ਦੇਣਾ ਚਾਹੀਦਾ। ਬਿਲਕੁਲ। ਲੇਕਿਨ ਜੇ ਮੈਂ ਸੌਖ ਵਾਲੇ ਸੱਚ 'ਤੇ ਪਹਿਰਾ ਦੇ ਰਿਹਾ, ਤੁਸੀਂ ਮੈਨੂੰ 4 ਸਵਾਲ ਪੁੱਛੇ, ਕੋਈ ਵੀ ਸੌਖਾ ਸਵਾਲ ਨਹੀਂ ਸੀ, ਮੈਂ ਸੌਖੇ ਜਵਾਬ ਵੀ ਤੁਹਾਨੂੰ ਦੇ ਸਕਦਾ ਸੀ ਕਿ ਮੈਂ ਇੱਧਰੋਂ ਵੀ ਬਚ ਜਾਵਾਂ, ਉੱਧਰੋਂ ਵੀ ਬਚ ਜਾਵਾਂ, ਇਹਨੂੰ ਵੀ ਨਾ ਨਾਰਾਜ਼ ਕਰਾਂ, ਉਹਨੂੰ ਵੀ ਨਾਰਾਜ਼ ਕਰਾਂ, ਬਟ ਵਾਈ?
ਮੈਨੂੰ ਇਹ ਪਤਾ ਕਿ ਸਾਹਿਬ ਸਿਆਂ ਸਮਾਜ ਦੇ ਵਿੱਚ ਲੱਖਾਂ ਕਰੋੜਾਂ ਲੋਕ ਰਹਿੰਦੇ ਨੇ। ਹਰ ਇੱਕ ਬੰਦੇ ਨੂੰ ਬੋਲਣ ਦੀ ਪਾਵਰ ਨਹੀਂ ਹੈ ਹਰ ਇੱਕ ਬੰਦੇ ਕੋਲ। ਹਰ ਇੱਕ ਬੰਦੇ ਦੇ ਸਾਹਮਣੇ ਕੈਮਰਾ ਨਹੀਂ ਲੱਗਿਆ ਹੋਇਆ ਉਹਨੂੰ ਕੋਈ ਸਵਾਲ ਕਰੇ ਜਾਂ ਬੋਲਣ। ਜੇ ਤੁਹਾਨੂੰ ਆਪਣੀ ਕਲਾ ਜ਼ਰੀਏ ਜਾਂ ਆਪਣੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਤੁਹਾਨੂੰ ਇਹ ਮੌਕਾ ਮਿਲਿਆ, ਯੂ ਸ਼ੁੱਡ ਬੀ ਟਰੂ ਟੂ ਯੂਰ ਵਰਡਸ। ਤੁਸੀਂ ਉਹ ਬੋਲੋ ਜੋ ਡੇਅਰ ਕਰਕੇ ਤੁਸੀਂ ਬੋਲੋ ਜੋ ਕਿੱਦਾਂ। ਸੋ ਮੈਂ ਬਹੁਤ ਪਰੇਸ਼ਾਨ ਹਾਂ, ਔਰ ਮੈਂ ਜਿੱਥੇ ਇਸ ਗੱਲ ਤੋਂ ਪਰੇਸ਼ਾਨ ਹਾਂ ਕਿ ਕਾਨੂੰਨ ਇਨਸਾਨ ਦੇ ਜਿਹੜੇ ਮਨੁੱਖੀ ਜਿਹੜੇ ਜਜ਼ਬਾਤ ਹੁੰਦੇ ਨੇ, ਉਹ ਜਦੋਂ ਉਹਨਾਂ ਨੂੰ ਭੜਕਾਇਆ ਜਾਂਦਾ ਪੋਲੀਟੀਕਲੀ ਜਾਂ ਰਿਲੀਜੀਅਸਲੀ, ਉਹਨਾਂ ਦਾ ਇਨਸਾਫ ਕਾਨੂੰਨ ਨਹੀਂ ਦਿੰਦਾ, ਤਾਂ ਮੈਂ ਇਹ ਸਮਝਦਾ ਕਿ ਜਿਹੜਾ ਆਮ ਬੰਦਾ ਹੈ ਉਹ ਭੜਕਦਾ। ਆਮ ਬੰਦਾ ਆਪਣੀ ਸੋਚ ਤੋਂ ਡਰੇਲ ਵੀ ਹੁੰਦਾ। ਇੱਥੋਂ ਤੱਕ ਤਾਂ ਮੈਂ ਸਮਝਦਾ, ਲੇਕਿਨ ਉਹ ਸਭ ਕੁਛ ਨੂੰ ਕਾਬੂ ਕੌਣ ਕਰ ਰਿਹਾ ਹੈ, ਉਹ ਸਭ ਕੁਛ ਨੂੰ ਚੈਨਲਾਈਜ਼ ਕੌਣ ਕਰ ਰਿਹਾ। ਅਤੇ ਉਹ ਚੈਨਲਾਈਜ਼ ਕਰਕੇ ਵੀ ਜੀ ਇਹੀ ਕਹਿ ਰਿਹਾ ਕਿ ਯਾਰ ਇੱਕ ਬੰਦੇ ਦੀ ਲੱਤਾਂ ਵੱਢ ਦੇਣੀਆਂ ਜਾਇਜ਼ ਨੇ, ਇੱਕ ਬੰਦੇ ਦਾ ਗੁੱਟ ਵੱਢ ਦੇਣਾ ਜਾਇਜ਼ ਹੈ, ਅਤੇ ਫਿਰ ਉਹਨੂੰ ਪਬਲਿਕਲੀ ਹੈਂਗ ਕਰ ਦੇਣਾ ਜਾਇਜ਼ ਹੈ। ਉੱਥੇ ਮੈਨੂੰ ਤਕਲੀਫ ਹੈ। ਇਹ ਕੋਈ ਮਤਲਬ ਤੁਸੀਂ ਕਿਸ ਸਦੀ ਵਿੱਚ ਜੀ ਰਹੇ ਹੋ? ਤੁਸੀਂ ਕੀ ਇਸ ਤਰ੍ਹਾਂ ਦੀਆਂ ਸਜ਼ਾਵਾਂ ਦੇਣੀ ਚਾਹੁੰਦੇ ਹੋ? ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿੱਥੇ ਗਲਤ ਲੱਗਾ ਉੱਥੇ ਹੀ ਸਜ਼ਾ ਦਿਓ? ਕਦੇ ਵੀ ਮਨੁੱਖ ਨੂੰ ਇਹ ਨਹੀਂ ਸਿਖਾਉਂਦਾ ਹੈ। ਮੈਂ ਤਾਂ ਕਹਿੰਦਾ ਕੁਛ ਵੀ ਨਹੀਂ ਸਿਖਾਉਂਦਾ। ਮਤਲਬ ਇਹ ਤਾਂ ਰੂਲ ਹੀ ਨਹੀਂ ਹੋ ਸਕਦਾ ਨਾ। ਤੁਸੀਂ ਟ੍ਰੈਂਡ ਕੀ ਸੈੱਟ ਕਰ ਰਹੇ ਹੋ? ਤੁਸੀਂ ਟ੍ਰੈਂਡ ਇਹ ਸੈੱਟ ਕਰ ਰਹੇ ਹੋ ਨਾ ਕਿ ਜਿੱਥੇ ਵੀ ਤੁਹਾਨੂੰ ਸਮਾਜ ਦੇ ਵਿੱਚ ਤੁਸੀਂ ਮਾਰਕੀਟ 'ਚ ਤੁਰੇ ਫਿਰੋ, ਤੁਹਾਨੂੰ ਲੱਗੇ ਵੀ ਆਹ ਬੰਦਾ ਚੋਰੀ ਕਰ ਰਿਹਾ, ਮਾਰ ਦਿਓ ਉਹਨੂੰ ਉੱਥੇ ਹੀ। ਫਿਰ ਤਾਂ ਇੱਦਾਂ ਹੋਣੀ ਸ਼ੁਰੂ ਹੋ ਜਾਣੀ ਨਾ। ਇਹ ਪਲੀਜ਼ ਨਾ ਦਿਓ ਕਿ ਉਹ ਛੋਟੀਆਂ ਗੱਲਾਂ ਨੇ, ਇੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਹੈ, ਧਾਰਮਿਕ ਹੈ। ਨਹੀਂ, ਫਿਰ ਗ੍ਰੰਥ ਬਹੁਤ ਨੇ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ, ਪਰ ਸਾਰਿਆਂ ਲਈ ਨਹੀਂ ਹੈ ਨਾ। ਬਹੁਤ ਗ੍ਰੰਥ ਨੇ ਦੁਨੀਆ ਦੇ ਵਿੱਚ। ਫਿਰ ਆਪਣੇ ਗ੍ਰੰਥ ਦੀ ਇੱਦਾਂ ਕਰਦੇ ਕਰਦੇ ਤੁਸੀਂ ਇਸ ਰੂਲ 'ਤੇ ਆ ਜਾਓਗੇ ਕਿ ਤੁਹਾਨੂੰ ਨਾ ਕਿਸੇ ਦੇ ਓਪੀਨੀਅਨ ਦੀ ਲੋੜ ਹੈ, ਨਾ ਕੋਈ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ, ਨਾ 4 ਬੰਦਿਆਂ ਦੀ ਰਾਏ ਲੈਣ ਦੀ ਲੋੜ ਹੈ। ਤੁਸੀਂ ਇਕੱਲੇ ਖੜ ਕੇ ਇਨਸਾਫ ਦੇ ਦਿਓ, ਬਸ ਇਨਸਾਫ ਦਿਓ ਅਤੇ ਮਾਰ ਦਿਓ। ਰਿਵੋਲਵਰ ਰੱਖੋ, ਸਾਰੇ ਆਪਣੇ ਕਿਰਚਾਂ ਰੱਖੋ ਆਪਣੀ ਜੇਬਾਂ ਦੇ ਵਿੱਚ। ਜਿੱਥੇ ਕੋਈ ਤੁਹਾਨੂੰ ਗਲਤ ਲੱਗਦਾ ਗਾਟਾ ਲਾ ਦਿਓ ਉਹਦਾ ਸੋਧਾ। ਨੋ, ਦਿਸ ਇਜ਼ ਨਾਟ ਦ ਵੇ। ਫਿਰ ਤਾਂ ਕਾਨੂੰਨ ਕੋਈ ਨਾ ਹੀ ਕੋਈ ਥਾਂ ਹੀ ਨਹੀਂ ਰਹੇਗਾ, ਸਿਸਟਮ ਦਾ ਕੋਈ ਥਾਂ ਹੀ ਨਹੀਂ ਰਹੇਗਾ। ਮੈਂ ਕਹਿੰਦਾ ਵੀ ਜੇ ਸਾਨੂੰ ਉਹ ਕਾਨੂੰਨ ਠੀਕ ਨਹੀਂ ਵੀ ਲੱਗਦਾ, ਸਮਾਜ ਦਾ ਤਾਂ ਕਾਨੂੰਨ ਹੈਗਾ। ਸਮਾਜਿਕ ਨਿਯਮ ਤਾਂ ਹੁੰਦੇ ਨੇ ਨਾ, ਉਹ ਤਾਂ ਨਿਯਮ ਉਹ ਤਾਂ ਹੁੰਦੇ ਆ। ਉਹ ਕਾਨੂੰਨ ਤਾਂ ਠੀਕ ਹੈ, ਚਲੋ ਸਾਨੂੰ ਪਤਾ ਉਹ ਕਾਨੂੰਨ ਸਾਡੇ ਨਾਲ ਧੱਕਾ ਕਰਦਾ ਹੈ, ਉਹ ਨਿਆਂ ਸਾਡੇ ਨਾਲ ਧੱਕਾ ਕਰਦਾ, ਕੋਰਟਾਂ ਸਾਡੇ ਨਾਲ ਧੱਕਾ ਕਰਦੀਆਂ, ਪੁਲਿਸ ਕਰਦੀ ਆ, ਪ੍ਰਸ਼ਾਸਨ ਕਰਦਾ, ਪੋਲੀਟਿਕਸ ਕਰ ਰਹੀ ਹੈ, ਮੰਨ ਲਿਆ ਉਹਨਾਂ ਨੇ ਕਰ ਰਹੇ। ਸਮਾਜ ਦੇ ਤਾਂ ਕੁਝ ਨਿਯਮ ਹੁੰਦੇ ਨੇ। ਕੀ ਇਹ ਸਾਡਾ ਸਮਾਜ ਹੁਣ ਇਸ ਨਿਯਮ ਨਾਲ ਚੱਲੂਗਾ? ਇੱਦਾਂ ਤਾਂ ਪਰਿਵਾਰਾਂ ਦੇ ਵਿੱਚ ਵੀ ਮਾੜੀ ਜਿਹੀ ਲੜਾਈ ਕਰੂ, ਇਹਨੇ ਗਲਤ ਕਿਹਾ ਸੀ, ਮੈਨੂੰ ਲਾਤਾ, ਮੈਂ ਗੱਟਾ, ਮੈਂ ਮਾਰਤਾ, ਮੈਨੂੰ ਨਹੀਂ ਚੰਗਾ ਲੱਗਾ, ਮੇਰੀ ਵਾਈਫ ਨੇ ਮੈਨੂੰ ਰੋਟੀ ਨਹੀਂ ਸੀ ਦਿੱਤੀ, ਠੀਕ ਹੈ, ਮੇਰਾ ਅਧਿਕਾਰ ਹੈ, ਮੈਂ ਤਾਂ ਲਾਤਾ, ਗਲਤ ਹੈ। ਤੁਸੀਂ ਕਹੀ ਜੋ ਨਹੀਂ ਗਲਤ ਹੈ, ਮੈਨੂੰ ਗਲਤ ਲੱਗੀ, ਮੈਂ ਮਾਰਤਾ, ਹੈ ਨਾ। ਭਰਾ ਨੂੰ ਭਰਾ ਗਲਤ ਲੱਗੂ, ਲਾ ਦੂਗਾ ਗੱਟਾ। ਨਹੀਂ, ਇੱਦਾਂ ਨਹੀਂ ਹੋ ਸਕਦਾ। ਕਿ ਡਾਕਟਰ ਸਾਹਿਬ, ਆਖਰੀ ਸਵਾਲ ਮੈਂ ਕਰਨਾ ਚਾਹੂੰਗਾ ਵੀ ਕੀ ਸੰਦੇਸ਼ ਤੁਸੀਂ ਇੱਕ ਕਲਾਕਾਰ ਵੱਲੋਂ ਕੀ ਦੇਣਾ ਚਾਹੁੰਦੇ ਹੋ ਵੀ ਜੋ ਇਹ ਡੈਡਲੋਕ ਬਣਿਆ ਹੋਇਆ ਇਸ ਵਕਤ ਸੋਸ਼ਲ ਮੀਡੀਆ 'ਤੇ ਵੀ ਪਾਰਟੀਸ਼ਨ ਹੋਈ ਪਈ ਆ ਲੋਕਾਂ ਦੇ ਵਿੱਚ? ਕੁਛ ਲੋਕ ਕਹਿੰਦੇ ਆ ਵੀ ਨਿਹੰਗਾਂ ਨੇ ਸਹੀ ਕੀਤਾ, ਕੁਛ ਕਹਿੰਦੇ ਆ ਵੀ ਗਲਤ ਕੀਤਾ। ਅਖੀਰ 'ਚ ਕੀ ਸੰਦੇਸ਼ ਦੇਣਾ ਚਾਹੀਦਾ ਵੀ ਲੋਕ ਕਿਸ ਰਾਹ 'ਤੇ ਚੱਲਣ? ਲੋਕਾਂ ਨੂੰ ਨਾ ਜਿਹੜੀ ਗੱਲ ਮੈਂ ਪਹਿਲਾਂ ਵੀ ਵੈਸੇ ਇਹਦਾ ਰਿਪਲਾਈ ਕਰ ਚੁੱਕਾ ਕਿ ਲੋਕਾਂ ਨੂੰ ਆਪਣੇ ਸੌਖ ਵਾਲੇ ਓਪੀਨੀਅਨ ਤੋਂ ਬਾਹਰ ਨਿਕਲਣ ਦੀ ਲੋੜ ਹੈ। ਉਸ ਕੰਫਰਟ ਜ਼ੋਨ 'ਚੋਂ ਥੋੜ੍ਹਾ ਜਿਹਾ ਬਾਹਰ ਨਿਕਲਣ ਦੀ ਲੋੜ ਹੈ। ਸਾਰੀਆਂ ਧਿਰਾਂ ਨੂੰ ਬਾਹਰ ਨਿਕਲਣ ਦੀ ਲੋੜ ਹੈ ਨਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਟੋਟਲੀ ਆਊਟ ਆਫ ਦਾ ਵੇ ਜਾ ਕੇ ਰਿਜੈਕਟ ਕਰ ਦਿੰਦੇ ਹਾਂ, ਉਹ ਤਕਲੀਫ ਵਾਲੀ ਗੱਲ ਹੁੰਦੀ ਹੈ। ਜਦੋਂ ਵੀ ਅਸੀਂ ਇਸ ਚੀਜ਼ ਦੀ ਗਲਤੀ ਦੀ ਗੱਲ ਕਰੀਏ, ਜਦੋਂ ਕੋਈ ਗਲਤ ਹੁੰਦਾ ਹੈ, ਜਦੋਂ ਕੋਈ ਗਲਤ ਕਰਦਾ, ਪਹਿਲੀ ਗੱਲ ਤਾਂ ਨਿੱਠ ਕੇ ਕਹੀਏ ਕਿ ਇਹ ਚੀਜ਼ ਗਲਤ ਹੈ, ਪਰ ਉਹਦੇ ਕਾਰਨਾਂ ਵਿੱਚ ਜ਼ਰੂਰ ਜਾਈਏ। ਆਪਾਂ ਸੋਚੀਏ ਜ਼ਰੂਰ, ਸਮਝੀਏ ਜ਼ਰੂਰ ਇਸ ਚੀਜ਼ ਨੂੰ ਵੀ ਯਾਰ ਇਹ ਗਲਤ ਹੋਇਆ ਤੇ ਗਲਤ ਕਿਉਂ ਵਾਪਰਿਆ, ਇਹਦੇ ਪਿੱਛੇ ਕਿਹੜਾ ਇਤਿਹਾਸ ਹੈ, ਇਹਦੇ ਪਿੱਛੇ ਕਿਹੜੇ ਕਾਰਨ ਨੇ। ਉਹਨਾਂ ਕਾਰਨਾਂ ਲਈ ਵੀ ਆਪਾਂ ਲੜੀਏ ਅਤੇ ਮਰੀਏ। ਅਤੇ ਇੱਕ ਚੀਜ਼ ਇਸ ਮੋਰਚੇ ਨੇ ਜਿਹੜਾ ਸਾਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਕਮਿਊਨਿਸਟ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਦੀ ਕੋਈ ਲੜਾਈ ਨਹੀਂ ਹੈ ਆਪਸ 'ਚ। ਜੇ ਤੁਸੀਂ ਫਲਸਫੇ ਦੇ ਅੰਦਰ ਵੜ ਕੇ ਦੇਖੋ, ਕੋਈ ਲੜਾਈ ਨਹੀਂ ਹੈ। ਲੜਾਈਆਂ ਤਾਂ ਉੱਪਰੋਂ ਸਿਰਜ ਦਿੱਤੀਆਂ ਨਾ, ਬਾਅਦ ਦੇ ਵਿੱਚ ਫੇਕ ਕਰ ਦਿੱਤੀਆਂ ਇੱਕ ਦੂਸਰੇ ਦੇ। ਆਪਾਂ ਉੱਥੇ ਆਈਏ, ਉਸ ਫਲਸਫੇ ਦੇ ਉੱਤੇ ਆਈਏ, ਉਸ ਸਿਧਾਂਤ ਦੇ ਉੱਤੇ ਆਈਏ ਕਿ ਦੋਨਾਂ ਸਿਧਾਂਤਾਂ ਦੀ ਪੜਚੋਲ ਕਰੀਏ। ਸਾਡੇ ਜਿਹੜੇ ਵਿਦਵਾਨ ਨੇ, ਸਾਡੇ ਸਿਆਣੇ ਲੋਕ ਨੇ, ਚਾਹੇ ਉਹ ਕਮਿਊਨਿਸਟ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਰੂਹਾਨੀਅਤ ਵਾਲੀ ਜਿਹੜੀ ਹੈਗੀ ਹੈ, ਸਪਿਰਿਚੁਅਲ ਜਿਹੜੀ ਇੱਕ ਵਿਚਾਰਧਾਰਾ ਉਹਦੇ ਨਾਲ ਰੱਖਦੇ ਆ, ਉਹ ਕਿਤੇ ਨੇੜੇ ਹੋਣ, ਕਿਤੇ ਗੋਸ਼ਟ ਕਰਨ। ਜਿਹੜੀ ਬਾਬੇ ਨਾਨਕ ਨੇ ਸਾਨੂੰ ਗੋਸ਼ਟ ਦੀ ਪਰੰਪਰਾ ਦਿੱਤੀ ਹੈ, ਉਹ ਗੋਸ਼ਟੀ 'ਚ ਪਈ ਹੈ। ਅਸੀਂ ਗੋਸ਼ਟੀ 'ਚ ਨਹੀਂ ਪੈ ਰਹੇ। ਮੈਂ ਇਹੀ ਕਹਿਣਾ ਚਾਹੁੰਦਾ, ਅਸੀਂ ਖੇਡ ਰੱਖਿਆ ਸੀ ਕਿ ਅਸੀਂ ਬਸ ਮੈਂ ਠੀਕ ਤੂੰ ਗਲਤ, ਮੈਂ ਠੀਕ ਤੂੰ ਗਲਤ, ਇੱਥੇ ਹੀ ਖੜੇ ਹਾਂ। ਅਸੀਂ ਸਾਰਿਆਂ ਨੂੰ ਕਹਿ ਰਿਹਾ, ਮੈਂ ਇਕੱਲੇ ਕੋਈ ਇਹ ਨਹੀਂ ਕਹਿ ਰਿਹਾ ਵੀ ਨਿਹੰਗਾਂ ਨੂੰ ਜਾਂ ਸਿੱਖ ਨੂੰ ਜਾਂ ਉਹਨੂੰ ਕਹਿ ਰਿਹਾ, ਮੈਂ ਸਾਰਿਆਂ ਨੂੰ ਕਹਿ ਰਿਹਾ। ਸਾਨੂੰ ਥੋੜ੍ਹਾ ਜਿਹਾ ਗੋਸ਼ਟ ਕਰਨ ਦੀ ਲੋੜ ਹੈ ਕਿ ਜਾਂ ਮੰਨ ਲਈਏ ਜਾਂ ਮਨਾ ਲਈਏ। ਕੋਈ
ਕੋਈ ਕਰੀਏ ਗੋਸ਼ਟੀਆਂ ਕਰੀਏ ਇਹੋ ਜਿਹੀਆਂ ਕੋਈ ਗੱਲ ਕਰੀਏ ਅਸੀਂ ਨਾ ਅਸੀਂ ਜਿਹੜਾ ਪੰਜਾਬ ਦਾ ਜੁਝਾਰੂ ਵਿਰਸਾ ਆ ਨਾ ਅਸੀਂ ਉਹਨੂੰ ਭੁੱਲੀਏ ਨਾ ਜਿਹੜੀ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜੀ ਧਾਰਮਿਕ ਜਜ਼ਬਾਤ ਲਿਖਿਆ ਨਾ ਉਹਨੂੰ ਅੱਖੋਂ ਪਰੋਖੇ ਕਰੀਏ ਅਤੇ ਨਾ ਹੀ ਇਹ ਚੀਜ਼ ਨੂੰ ਭੁੱਲੀਏ ਕਿ ਜਿਹੜਾ ਆਰਥਿਕ ਸੰਗਰਾਮ ਹੈ ਜਿਹੜਾ ਕਿਰਤ ਦਾ ਯੁੱਧ ਹੈ ਜਿਹੜਾ ਰੋਟੀ ਦੀ ਖਾਤਰ ਯੁੱਧ ਲੜਿਆ ਜਾ ਰਿਹਾ ਜਿਹੜਾ ਤੁਹਾਡੀ ਹੋਂਦ ਖੜੀ ਹੈ ਜਿੱਥੇ ਉਹਨੂੰ ਤੁਸੀਂ ਧਰਮ ਨਾਲ ਰਗੜ ਕਰੋਗੇ ਤਾਂ ਮਾਰ ਖਾਓਗੇ ਮਾਰ ਡਬਲ ਖਾਓਗੇ ਨਾ ਕਿਰਤ ਬਚਾ ਸਕੋਗੇ ਨਾ ਧਰਮ ਬਚਾ ਸਕੋਗੇ ਸੋ ਇਹੀ ਹੈ ਰਲ ਮਿਲ ਕੇ ਸੰਘਰਸ਼ ਨੂੰ ਕਿਸੇ ਤਣ ਪੱਤਣ ਲਾਈਏ ਅਤੇ ਇਹ 'ਚ ਜਿੱਤ ਪ੍ਰਾਪਤ ਕਰੀਏ ਤਾਂ ਕਿ ਅੱਗੇ ਬਹੁਤ ਕੁਛ ਇਹਦੇ 'ਚੋਂ ਨਿਕਲੇਗਾ ਧੰਨਵਾਦ ਜੀ ਡਾਕਟਰ ਸਾਹਿਬ ਮਿਹਰਬਾਨੀ ਡਾਕਟਰ ਸਾਹਿਬ ਨੇ ਬੜੇ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਅਗਾਂਹ ਨੂੰ ਅੱਗੇ ਨੂੰ ਦੇਖਣ ਦੀ ਜ਼ਰੂਰਤ ਆ ਪਿੱਛੇ ਦੇਖਣ ਦੀ ਜ਼ਰੂਰਤ ਨਹੀਂ ਬਨਾਮ ਦੀ ਖੇਡ ਖੇਡੀ ਜਾ ਰਹੀ ਆ ਬੁੱਧੀਜੀਵੀਆਂ ਨੂੰ ਵੀ ਇੱਕ ਜਿਹੜਾ ਸੰਦੇਸ਼ ਦਿੱਤਾ ਇਹਨਾਂ ਨੇ ਕਿ ਉਸ ਬਨਾਮ ਦੀ ਖੇਡ ਤੋਂ ਉੱਪਰ ਉੱਠ ਕੇ ਗੋਸ਼ਟੀ ਕਰਨੀ ਚਾਹੀਦੀ ਆ ਬਾਬੇ ਨਾਨਕ ਦੇ ਦੱਸੇ ਹੋਏ ਰਾਹ 'ਤੇ ਚੱਲ ਕੇ ਜੇ ਅਸੀਂ ਗੋਸ਼ਟੀ ਕਰਕੇ ਆਪਦੇ ਵਿਚਾਰਾਂ ਨੂੰ ਇੱਕਮਿਕ ਕਰਕੇ ਚੱਲਾਂਗੇ ਤਾਂ ਇਸ ਸੰਘਰਸ਼ ਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ ਔਰ ਇਹ ਇੱਕ ਮਿਸਾਲੀ ਸੰਘਰਸ਼ ਸਾਬਤ ਹੋ ਸਕਦਾ। ਜਲਦ ਹੀ ਮਿਲਾਂਗੇ ਕਿਸੇ ਹੋਰ ਵੱਡੇ ਚਿਹਰੇ ਦੇ ਨਾਲ। ਮੈਂ ਕਰਮ ਸੇਖਾ, ਕੈਮਰਾਮੈਨ ਹਰਪ੍ਰੀਤ ਦੇ ਨਾਲ। ਧੰਨਵਾਦ।